अव्वल हमद सना इलाही जो मालिक हर हरदा, उसका नाम चितारन वाला हर मैदान न हरदा। काम तमाम मयसर होंदे नाम उदा चित धरिया, रहमो सुक्के सावे करदा कहरों साड़े हरिया। बिस्मिल्लाहिर्रहमानिर्रहीम। अस्सलाम वालेकुम। मैं नासिर अहमद तुहाडे नाल मुखातिब हाँ FM पंजाब रंग 99.4 ਤੋਂ ਰਾਵਲਪਿੰਡੀ ਇਸਲਾਮਾਬਾਦ ਵਿੱਚ ਜਿੱਥੇ ਜਿੱਥੇ ਤੁਸੀਂ ਸਾਨੂੰ ਸੁਣ ਰਹੇ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਣਾ। ਤੇ ਅੱਜ ਤਾਰੀਖ ਹੈ 19 ਅਕਤੂਬਰ ਬੁੱਧ ਦਾ ਦਿਹਾੜ ਤੇ ਪੰਜਾਬੀ ਮਹੀਨੇ ਕਤਕ ਯਾਨੀ ਕੱਤੇ ਦੀ 5 ਤਾਰੀਖ ਤੇ 22 ਰਬੀਉਲ ਅਵਲ। ਅੱਜ ਪਾਕਿਸਤਾਨ ਦੀ ਮੰਨੀ ਪਰਮੰਨੀ ਗੁਲਕਾਰਾ ਜ਼ੁਬੈਦਾ ਖਾਨਮ ਹੋਰਾਂ ਦੀ ਨਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਹਵਾਲੇ ਨਾਲ ਅਸੀਂ ਉਹਨਾਂ ਨੂੰ ਖਸੂਸੀ ਖਰਾਜ ਤਹਿਸੀਨ ਵੀ ਪੇਸ਼ ਕਰਾਂਗੇ, ਉਹਨਾਂ ਦੇ ਗੀਤ ਵੀ ਤੁਹਾਨੂੰ ਸੁਣਾਵਾਂਗੇ। ਪਰ ਇਹਦੇ ਨਾਲ ਨਾਲ ਤੁਹਾਨੂੰ ਦੱਸਦੇ ਚੱਲੀਏ ਕਿ ਸਿਹਤ ਇੱਕ ਬਹੁਤ ਵੱਡੀ ਨੇਮਤ ਹੈ ਤੇ ਇਹਦੀ ਅਹਿਮੀਅਤ ਤੇ ਜਿੰਨੀ ਵੀ ਗੱਲ ਕੀਤੀ ਜਾਏ ਤੇ ਉਹ ਘੱਟ ਹੈ। ਤੇ ਅੱਜ ਦੇ ਜਦੀਦ ਦੌਰ 'ਚ ਨਿਤ ਨਵੀਆਂ ਬਿਮਾਰੀਆਂ ਨੇ ਇਨਸਾਨ ਨੂੰ ਘੇਰਿਆ ਹੋਇਆ ਹੈ ਤੇ ਇਸ ਘੇਰੇ ਤੋਂ ਛੁਟਕਾਰਾ ਪਾਉਣ ਲਈ ਰੱਬ ਨੇ ਨੇਕ ਸੀਰਤ ਤੇ ਫਰਿਸ਼ਤਾ ਸੀਰਤ ਰੂਹਾਂ ਨੂੰ ਇਸ ਧਰਤੀ ਤੇ ਬਿਮਾਰਾਂ ਤੇ ਮਰੀਜ਼ਾਂ ਦੇ ਲਈ ਘੱਲਿਆ ਹੈ ਤਾਂ ਕਿ ਉਹਨਾਂ ਦੀ ਖਿਦਮਤ ਕਰ ਸਕਣ ਔਰ ਉਹਨਾਂ ਨੂੰ ਬਿਮਾਰੀਆਂ ਤੋਂ ਨਿਜਾਤ ਦਿਲਾ ਸਕਣ। ਤੇ ਇੱਕ ਇਹੋ ਜਿਹੀ ਸ਼ਖਸੀਅਤ ਅੱਜ ਸਾਡੇ ਨਾਲ ਸਾਡੇ ਸਟੂਡੀਓ 'ਚ ਮੌਜੂਦ ਨੇ। ਸਾਡੇ ਲਈ ਬੜੀ ਆਨਰ ਦੀ ਗੱਲ ਹੈ, ਬੜੇ ਫਖਰ ਦੀ ਗੱਲ ਹੈ ਕਿ ਸਾਡੇ ਨਾਲ ਮੌਜੂਦ ਨੇ ਡਾਕਟਰ ਮਦੀਹਾ ਨਜ਼ਰ ਸਾਹਿਬਾ। ਡਾਕਟਰ ਸਾਹਿਬਾ ਦਾ ਮੁਖਤਸਰ ਤਾਰਫ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ ਚੱਲਾਂ। ਡਾਇਬਟੋਲੋਜਿਸਟ ਨੇ ਤੇ ਮੈਡੀਕਲ ਸਪੈਸ਼ਲਿਸਟ ਨੇ ਤੇ ਇਸ ਵੇਲੇ ਹੋਲੀ ਫੈਮਿਲੀ ਹਸਪਤਾਲ ਰਾਵਲਪਿੰਡੀ ਦੇ ਸ਼ੋਭਾ ਫੁੱਟ ਕੇਅਰ ਤੇ ਡਾਇਬੈਟਿਕ ਸੈਂਟਰ ਦੀਆਂ ਇੰਚਾਰਜ ਨੇ। ਤੇ ਡਾਕਟਰ ਸਾਹਿਬਾ ਦੀ ਕੁਆਲੀਫਿਕੇਸ਼ਨ ਦੇ ਬਾਰੇ ਅਗਰ ਗੱਲ ਕਰੀਏ ਤਾਂ ਡਾਕਟਰ ਸਾਹਿਬਾ ਨੇ 2004 ਵਿੱਚ ਯੂਨੀਵਰਸਿਟੀ ਆਫ ਹੈਲਥ ਸਾਇੰਸ ਤੋਂ MBBS ਦੀ ਡਿਗਰੀ ਹਾਸਲ ਕੀਤੀ ਤੇ ਇਸ ਤੋਂ ਬਾਅਦ ਉਹਨਾਂ ਨੇ ਯੂਨੀਵਰਸਿਟੀ ਆਫ ਪੰਜਾਬ ਤੋਂ BSc ਇੰਗਲਿਸ਼ ਦੀ ਡਿਗਰੀ ਹਾਸਲ ਕੀਤੀ। 2012 ਚ ਉਹਨਾਂ ਨੇ ਕਾਲਜ ਆਫ ਫਿਜ਼ੀਸ਼ੀਅਨ ਤੇ ਸਰਜਨਸ ਤੋਂ FCPS ਦੀ ਡਿਗਰੀ ਹਾਸਲ ਕੀਤੀ। ਤੇ ਇੱਕ ਅਗਰ ਇਹਨਾਂ ਦੇ ਪ੍ਰੋਫੈਸ਼ਨਲ ਕੈਰੀਅਰ ਦੀ ਗੱਲ ਕਰੀਏ ਤੇ ਇੱਕ ਇਹਨਾਂ ਕੋਲ ਵਸੀਹ ਤਜਰਬਾ ਹੈ ਜਿਹਦੇ 'ਚ ਇਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ। ਤੇ ਡਾਕਟਰ ਸਾਹਿਬਾ ਸਾਡੇ ਲਈ ਬੜੀ ਆਨਰ ਦੀ ਗੱਲ ਹੈ ਕਿ ਤੁਸੀਂ ਆਪਣੇ ਕੀਮਤੀ ਵਕਤ 'ਚੋਂ ਅੱਜ ਵੇਲਾ ਕੱਢ ਕੇ ਸਾਡੇ ਸਟੂਡੀਓ 'ਚ ਤਸ਼ਰੀਫ ਲੈ ਕੇ ਆਏ ਹੋ ਤੇ ਮੈਂ ਤੁਹਾਨੂੰ ਜੀ ਆਇਆਂ ਨੂੰ ਆਖਣਾ। ਹਾਂਜੀ, अस्सलाम वालेकुम, बिस्मिल्लाहिर्रहमानिर्रहीम जी। बहुत बहुत शुक्रिया मैंने बुलाने ਦਾ। ਹਾਂਜੀ, ਤੇ ਜਿਹੜੇ ਲੋਕ ਸਾਨੂੰ ਸੁਣ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਚੱਲਾਂ ਕਿ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਸਾਨੂੰ ਕਾਲ ਕਰ ਸਕਦੇ ਹੋ। ਸਾਡਾ ਨੰਬਰ ਨੋਟ ਕਰ ਲਓ 051 9291 521 WhatsApp ਸਾਡਾ ਨੰਬਰ ਹੈ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ 051 9291 520 ਸਾਡਾ WhatsApp ਨੰਬਰ ਹੈ। ਤੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਡਾਕਟਰ ਸਾਹਿਬ ਦਾ ਤਾਲੁਕ ਹੈ ਜੀ ਡਾਇਬਟੀਜ਼ ਨਾਲ ਤੇ ਰਾਵਲਪਿੰਡੀ ਦੇ ਹੋਲੀ ਫੈਮਿਲੀ ਹਸਪਤਾਲ ਵਿੱਚ ਡਾਇਬੈਟਿਕ ਤੇ ਫੁੱਟ ਕੇਅਰ ਸੈਂਟਰ ਦੀ ਇੰਚਾਰਜ ਨੇ। ਇਸ ਹਵਾਲੇ ਨਾਲ ਤੁਸੀਂ ਇਹਨਾਂ ਕੋਲ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਪ੍ਰੋਗਰਾਮ ਦਾ ਬਕਾਇਦਾ ਆਗਾਜ਼ ਕਰਨੇ ਇੱਕ ਸੂਫੀਆਨਾ ਕਲਾਮ ਨਾਲ, ਫਿਰ ਪਰਤ ਕੇ ਆਨੇ ਵਾਪਸ ਤੇ ਫਿਰ ਕਰਨੇ ਡਾਕਟਰ ਸਾਹਿਬ ਨਾਲ ਗੱਲਬਾਤ। ਜੀ ਅਸੀਂ ਪਰਤ ਕੇ ਆ ਗਏ ਹਾਂ ਵਾਪਸ ਤੇ ਤੁਸੀਂ ਸੁਣ ਰਹੇ ਹੋ FM 99.4 ਪੰਜਾਬ ਰੰਗ। ਸਾਡੀ ਅੱਜ ਬੜੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਇੱਕ ਬੜੀ ਆਪਣੀ ਫੀਲਡ ਵਿੱਚ ਬੜੀ ਮਹਾਰਤ ਰੱਖਣ ਵਾਲੀ ਪ੍ਰਾਹੁਣੀ ਸਾਡੇ ਨਾਲ ਮੌਜੂਦ ਨੇ। ਇਹਨਾਂ ਦਾ ਨਾਮ ਹੈ ਡਾਕਟਰ ਮਦੀਹਾ ਨਜ਼ਰ ਸਾਹਿਬਾ। ਡਾਇਬਟੋਲੋਜਿਸਟ ਨੇ ਤੇ ਮੈਡੀਕਲ ਸਪੈਸ਼ਲਿਸਟ ਨੇ। ਰਾਵਲਪਿੰਡੀ ਦੇ ਹੋਲੀ ਫੈਮਿਲੀ ਹਸਪਤਾਲ ਵਿੱਚ ਇਸ ਵੇਲੇ ਸ਼ੋਭਾ ਫੁੱਟ ਕੇਅਰ ਤੇ ਡਾਇਬੈਟਿਕ ਸੈਂਟਰ ਦੀ ਇੰਚਾਰਜ ਨੇ। ਮੈਂ ਮੁਖਤਸਰ ਤਾਰਫ ਤੇ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ। ਤੇ ਡਾਕਟਰ ਸਾਹਿਬਾ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਤੁਸੀਂ ਮੈਡੀਕਲ ਦੀ ਫੀਲਡ ਵੱਲ ਕਿਵੇਂ ਆਏ? ਇਹ ਤੁਹਾਡੀ ਬਚਪਨ ਤੋਂ ਜ਼ਾਤੀ ਦਿਲਚਸਪੀ ਸੀ ਜਾਂ ਤੁਹਾਡੇ ਘਰ ਵਾਲਿਆਂ ਨੇ ਤੁਹਾਨੂੰ ਇਸ ਪੱਲੇ ਮੋਟੀਵੇਟ ਕੀਤਾ? ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕਿ ਮੈਨੂੰ ਆਪੇ ਬਹੁਤ ਸ਼ੌਕ ਸੀ। ਇਹ ਮੇਰੀ ਆਪਣਾ ਪੈਸ਼ਨ ਸੀ ਕਿ ਮੈਂ, ਹਾਲਾਂਕਿ ਮੇਰੇ ਮਾਸ਼ਾਅੱਲਾ ਮੇਰੇ ਖਾਨਦਾਨ ਵਿੱਚ ਮੇਰੀ 2 ਭੈਣਾਂ ਪਹਿਲਾਂ ਤੋਂ ਡਾਕਟਰ ਨੇ ਨਾ, ਤੇ ਮੈਂ ਉਹਨਾਂ ਨੂੰ ਪੜ੍ਹਦੇ ਹੋਏ ਦੇਖਿਆ ਹੋਇਆ। ਪੜ੍ਹਾਈ ਜ਼ਰਾ ਮੁਸ਼ਕਿਲ ਹੁੰਦੀ ਹੈ ਮੈਡੀਕਲ ਦੀ, ਇਹਦੇ ਬਾਵਜੂਦ ਮੈਨੂੰ ਬਹੁਤ ਸ਼ੌਕ ਸੀ। ਮੇਰੀ ਵਾਲਦਾ ਮੈਨੂੰ ਕਹਿੰਦੀ ਸੀ ਕੋਈ ਆਸਾਨ ਦੀ ਫੀਲਡ ਲੈ ਲੈ, ਤੇਰੀ ਜ਼ਿੰਦਗੀ ਸਕੂਨ ਦੀ ਹੋਏਗੀ। ਮੈਂ ਕਿਹਾ ਨਹੀਂ। ਮੇਰੇ ਅੱਬੂ ਕਹਿੰਦੇ ਸਨ ਨਹੀਂ ਤੂੰ ਡਾਕਟਰ ਬਣਨਾ ਹੈ, ਤੂੰ ਡਾਕਟਰ ਹੀ ਬਣ। ਤਾਂ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਤੇ ਅਲਹਮਦੁਲਿਲਾ ਕਿ ਇਹ ਮੇਰਾ ਸ਼ੌਕ ਸੀ। ਅੱਗੇ ਪੜ੍ਹਨ ਦਾ ਵੀ ਮੇਰਾ ਸ਼ੌਕ ਸੀ। ਮੈਂ ਕਿਹਾ ਕਿ ਅਗਰ ਖਾਲੀ मैंने डॉक्टर ही नहीं बनना, मैं अगे अपने शोबे विच जिहड़ी है बहुत तरक्की करनी है ताकि मेरा एक ना होए कि एक अच्छी डॉक्टर मरीज़ां दी खिदमत वास्ते मौजूद है। क्योंकि देखो तुसी मैं तुहाडी प्रोफाइल अगे वेख रहा सी कि तुसी सिर्फ MBBS करके नहीं रुके बल्कि तुसी बहुत सारियां इस तो बाद भी डिग्रियां लईयां ने और तुसी इंटरनेशनल सतह ते भी तुहाडा काफ़ी काम है और डिप्लोमाज और सर्टिफिकेट भी लेने। इस बारे जरा सानूं दसो। अलहमदुलिल्लाह मैं तुहानूं दसां कि पढ़न दा शौक ते शुरू तो सी, लेकिन नवीं चीज़ां सीखण दा
ਸ਼ੌਕ ਜਿਹੜਾ ਹੈ ਉਹ ਹੁਣ ਜ਼ਿਆਦਾ ਵੱਧ ਗਿਆ ਹੋਇਆ ਹੈ। ਪਹਿਲਾਂ FCPS ਤੇ ਜੀ ਕਰ ਇਸ ਵਾਸਤੇ ਕੀਤਾ ਸੀ ਕਿ ਤਾਂ FCPS ਦੇ ਬਗੈਰ ਜਾਂ ਸਪੈਸ਼ਲਾਈਜੇਸ਼ਨ ਦੇ ਬਗੈਰ ਤੁਸੀਂ ਮਾਹਿਰ ਨਹੀਂ ਹੁੰਦੇ ਕਿਸੇ ਚੀਜ਼ ਦੇ, ਤੇ ਜਦੋਂ ਮਾਹਿਰ ਹੋ ਗਏ ਤੇ ਫਿਰ ਸੋਚਿਆ ਕਿ ਇਹ ਤੇ ਬਹੁਤ ਬੜੀ ਫੀਲਡ ਹੈ ਮੈਡੀਸਨ ਜਿਹੜੀ ਹੈ ਮੈਂ ਕਿਉਂਕਿ ਮੇਰੀ ਸਪੈਸ਼ਲਾਈਜੇਸ਼ਨ ਮੈਡੀਸਨ ਵਿੱਚ ਸੀ। ਫਿਰ ਮੈਂ ਸੋਚਿਆ ਕਿ ਕੋਈ ਐਸੀ ਖਾਸ ਫੀਲਡ ਕਿਹੜੀ ਹੈ ਕਿ ਜਿਹੜੇ ਵਿੱਚ ਜ਼ਿਆਦਾ ਜ਼ਰੂਰਤ ਹੈ ਡਾਕਟਰਾਂ ਦੀ। ਤੇ ਜਦੋਂ ਮੈਂ ਸ਼ੂਗਰ ਦੇ ਮਰੀਜ਼ਾਂ ਨੂੰ ਵੇਖਿਆ ਤੇ ਹੋਲੀ ਫੈਮਿਲੀ ਹਸਪਤਾਲ ਦੀ OPD ਵਿੱਚ ਆਉਂਦੇ ਸਨ ਤੇ ਉਹਨਾਂ ਦਾ ਕੋਈ ਇੰਨਾ ਜ਼ਿਆਦਾ ਇਲਾਜ ਜਿਹੜਾ ਹੈ ਉਹ ਮੈਂ ਕਹਿ ਸਕਦੀ ਹਾਂ ਕਿ ਆਰਗੇਨਾਈਜ਼ਡ ਨਹੀਂ ਸੀ। ਹੁੰਦਾ ਤੇ ਸੀ ਲੇਕਿਨ ਇਹ ਕਿ ਉਹ ਇੱਕ ਤਰੀਕਾ ਹੁੰਦਾ ਹੈ ਨਾ ਕਿ ਤੁਸੀਂ ਮਰੀਜ਼ ਨੂੰ ਬੁਲਾਓ, ਉਹਦਾ ਇਲਾਜ ਕਰੋ, ਫਿਰ ਉਹ ਵਾਪਸ ਆਏ, ਫਿਰ ਉਹ ਦੁਬਾਰਾ ਦਿਖਾਏ ਕਿ ਉਹਦੀ ਬਿਹਤਰੀ ਕਿੰਨੀ ਆਈ ਹੈ। ਤੇ ਉਹਦੇ ਨਾਲ ਇਹ ਕਿ ਸ਼ੂਗਰ ਦਾ ਜਿਹੜਾ ਮਰਜ਼ ਹੈ ਸਾਰੀ ਜ਼ਿੰਦਗੀ ਚੱਲਦਾ ਹੈ, ਇਹਦੀ ਕੰਪਲਿਕੇਸ਼ਨਸ ਹੁੰਦੀਆਂ ਨੇ। ਤੇ ਮੈਂ ਚਾਹੁੰਦੀ ਸਾਂ ਕਿ ਹਰ ਚੀਜ਼ ਜਿਹੜੀ ਹੈ ਆਰਗੇਨਾਈਜ਼ਡ ਹੋਏ। ਤੇ ਉਸ ਸ਼ੌਕ ਨਾਲ ਮੈਂ ਇੱਕ ਚੀਜ਼ ਹੈ ਕਿ ਮੈਂ ਜਦੋਂ ਵੀ ਕੋਈ ਚੀਜ਼ ਸ਼ੁਰੂ ਕਰਨੀ ਹੈ ਮੈਂ ਚਾਹੁੰਦੀ ਹਾਂ ਕਿ ਮੈਂ ਉਹਦੇ ਵਿੱਚ ਐਕਸਪਰਟ ਹੋਵਾਂ। ਤੇ ਮੈਂ ਐਕਸਪਰਟ ਕਿਸ ਤਰ੍ਹਾਂ ਹੋਵਾਂਗੀ? ਜਦੋਂ ਮੈਂ ਉਹਨਾਂ ਲੋਕਾਂ ਕੋਲੋਂ ਸਿੱਖਾਂਗੀ ਜਿਨ੍ਹਾਂ ਨੇ ਇਹਦੇ ਵਿੱਚ ਮਾਹਿਰਾਨਾ ਰਾਏ ਰੱਖੀ ਹੋਈ ਹੈ। ਇਸ ਵਾਸਤੇ ਫਿਰ ਮੈਂ ਆਪਣੀ ਸਰਟੀਫਿਕੇਸ਼ਨਸ ਕੀਤੀਆਂ। ਇਹਦੇ ਵਿੱਚ ਮੈਂ ਸ਼ੁਰੂਆਤ ਮੈਂ UK ਡਾਇਬਟੀਜ਼ ਦਾ ਡਿਪਲੋਮਾ ਕੀਤਾ, ਉਹਦੇ ਬਾਅਦ ਮੈਂ ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਦਾ ਡਿਪਲੋਮਾ ਕੀਤਾ। ਫਿਰ ਅਲਹਮਦੁਲਿਲਾ ਮੈਨੂੰ ਪਤਾ ਚੱਲ ਗਿਆ ਕਿ ਹੁਣ ਮਤਲਬ ਹੈ ਕਿ ਇਸ ਵਿੱਚ ਕਾਫੀ ਜ਼ਰੂਰਤ ਹੈ ਸਿੱਖਣ ਦੀ। ਫਿਰ ਅਲਹਮਦੁਲਿਲਾ 2 ਸਾਲ ਦਾ ਮੇਰਾ ਕਾਰਡਿਫ ਯੂਨੀਵਰਸਿਟੀ UK ਦਾ ਡਿਪਲੋਮਾ ਹੈ, ਜਿਹਦੇ ਵਿੱਚ ਮੈਂ ਹੁਣ ਸ਼ੂਗਰ ਦੀ ਮਾਹਿਰਾਨਾ ਰਾਏ ਵਿੱਚ ਮਤਲਬ ਹੈ ਕਿ ਮੈਂ ਉਹਦੇ ਵਿੱਚ ਮਾਹਿਰ ਇਤਨੀ ਅਲਹਮਦੁਲਿਲਾ ਹੋ ਗਈ ਹਾਂ ਕਿ ਮੈਨੂੰ ਬਹੁਤ ਗਹਿਰਾਈ ਨਾਲ ਸ਼ੂਗਰ ਦੇ ਮੇਰੇ ਮਰਜ਼ ਦੇ ਬਾਰੇ ਵਿੱਚ ਪਤਾ ਚੱਲ ਗਿਆ। ਉਹਦੇ ਨਾਲ ਫਿਰ ਜਦੋਂ ਮੈਂ OPD ਸ਼ੁਰੂ ਕੀਤੀ ਤੇ ਮੇਰੇ ਕੋਲ ਐਸੇ ਮਰੀਜ਼ ਆਉਂਦੇ ਸਨ ਜਿਨ੍ਹਾਂ ਦੇ ਸ਼ੂਗਰ ਦੇ ਵਜ੍ਹਾ ਤੋਂ ਜ਼ਖਮ ਬਣਦੇ ਸਨ। ਮੈਂ ਇਹ ਵੇਖਿਆ ਸੀ ਕਿ ਉਹ ਮਰੀਜ਼ ਜਿਹੜੇ ਨੇ ਉਹ ਵੀ ਬਹੁਤ ਹੱਦ ਤੱਕ ਇੱਕ ਤਾਂ ਉਹਨਾਂ ਦੀ ਜ਼ਿੰਦਗੀ ਬੜੀ ਡਿਸਟਰਬ ਹੋ ਜਾਂਦੀ ਹੈ, ਦੂਸਰਾ ਇਹ ਵੇ ਕਿ ਹਸਪਤਾਲਾਂ ਦੇ ਚੱਕਰ ਕੱਟ ਕੇ ਤੇ ਪੱਟੀਆਂ ਕਰਕੇ ਜ਼ਖਮ ਨਹੀਂ ਠੀਕ ਹੋ ਰਹੇ ਸਨ। ਇਹਦੇ ਬਾਰੇ ਵਿੱਚ ਸੋਚ ਕੇ ਤੇ ਫਿਰ ਮੈਂ ਇੱਕ ਦਿਨ ਬੈਠੀ ਹੋਈ ਸਾਂ ਤੇ ਮੈਂ ਇੱਕ ਬੜੀ ਡਿਫਰੈਂਟ ਚੀਜ਼ ਦੇਖੀ ਕਿ ਜੀ ਸ਼ੂਗਰ ਦੇ ਮਰਜ਼ ਦੇ ਖਾਸ ਕਿਸਮ ਦੇ ਇਲਾਜ ਮੌਜੂਦ ਨੇ ਜਿਹੜੇ ਜ਼ਖਮਾਂ ਨੂੰ ਠੀਕ ਕਰਦੇ ਨੇ। ਉਸ ਹਵਾਲੇ ਤੋਂ ਫਿਰ ਮੈਂ 2-3 ਸਰਟੀਫਿਕੇਸ਼ਨ ਕੋਰਸਿਸ ਕੀਤੇ ਕਿ ਜੀ ਸ਼ੂਗਰ ਦੇ ਜ਼ਖਮ ਕਿਸ ਤਰ੍ਹਾਂ ਠੀਕ ਹੋ ਸਕਦੇ ਨੇ। ਤੇ ਅਲਹਮਦੁਲਿਲਾ ਉਹਦੇ ਬਾਅਦ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਤੇ ਫਿਰ ਮੈਨੂੰ ਅੰਦਾਜ਼ਾ ਹੋਇਆ ਕਿ ਨਹੀਂ ਇਹਦੇ ਵਿੱਚ ਵੀ ਬੜੀ ਜ਼ਰੂਰਤ ਹੈ ਆਰਗੇਨਾਈਜ਼ਡ ਕਿਸਮ ਦਾ ਇੱਕ ਸੈਟਅਪ ਹੋਣ ਦੀ। ਤੇ ਫਿਰ ਬਾਈਟ ਕਰਾਚੀ ਤੋਂ ਮੈਂ ਆਪਣਾ ਜਿਹੜਾ ਹੈ ਫਰਦਰ ਡਿਪਲੋਮਾ ਕੀਤਾ ਤਾਂ ਕਿ ਮੈਨੂੰ ਉਹ ਜ਼ਿਆਦਾ ਮਾਲੂਮ ਹੋ ਸਕੇ ਕਿ ਸ਼ੂਗਰ ਦੇ ਜ਼ਖਮਾਂ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਏ। ਤੇ ਉਹ ਸਾਰਾ ਕੁਝ ਮਿਲਾ ਕੇ ਤੇ ਫਿਰ ਜਦੋਂ ਅਸੀਂ ਇਲਾਜ ਸ਼ੁਰੂ ਕੀਤਾ ਤੇ ਅਸੀਂ ਬਹੁਤ ਅੱਛੇ ਰਿਜ਼ਲਟਸ ਵੇਖੇ ਤੇ ਅਲਹਮਦੁਲਿਲਾ ਹੁਣ ਅਸੀਂ ਬਹੁਤ ਸਾਰੇ ਲੋਕਾਂ ਨੂੰ ਇਲਾਜ ਕਰ ਵੀ ਚੁੱਕੇ ਹਾਂ ਜ਼ਖਮਾਂ ਦੇ ਤੇ ਅੱਗੇ ਵੀ ਕਰ ਰਹੇ ਹਾਂ। ਜ਼ਬਰਦਸਤ। ਅੱਛਾ ਡਾਕਟਰ ਸਾਹਿਬ ਅਸੀਂ ਸ਼ੁਰੂ ਇੱਥੋਂ ਕਰਨੇ ਆ। ਤੁਸੀਂ ਸਾਡੇ ਸੁਣਨ ਵਾਲੇ ਨੂੰ ਇਹ ਦੱਸੋ ਕਿ ਇਹ ਜ਼ਿਆਬਤੀਸ ਯਾਨੀ ਸ਼ੂਗਰ ਦਾ ਮਰਜ਼ ਇਹ ਕੀ ਹੁੰਦਾ ਹੈ ਤੇ ਇਸ ਮਰਜ਼ ਦੀਆਂ ਬੁਨਿਆਦੀ ਵਜੂਹਾਤ ਕੀ ਨੇ? ਜੀ ਜ਼ਿਆਬਤੀਸ ਦਾ ਮਰਜ਼ ਇਹ ਵੇ ਕਿ ਇਨਸਾਨ ਦੇ ਜਿਸਮ ਵਿੱਚ ਸ਼ੂਗਰ ਜਿਹੜੀ ਹੈ ਉਹ ਵੱਧ ਜਾਂਦੀ ਹੈ, ਉਨੀ ਨਹੀਂ ਹੁੰਦੀ ਜਿੰਨੀ ਕਿ ਇਨਸਾਨ ਦੇ ਜਿਸਮ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ ਨਾ। ਤੇ ਅਗਰ ਤਸ਼ਖੀਸ ਦੀ ਗੱਲ ਕਰੀਏ ਤੇ 100 ਤੋਂ ਉੱਤੇ ਸ਼ੂਗਰ ਖਾਲੀ ਪੇਟ ਤੇ ਖਾਣੇ ਦੇ 2 ਘੰਟੇ ਬਾਅਦ 140 ਤੋਂ ਉੱਤੇ ਇਹ ਵਾਰਨਿੰਗ ਲਾਈਨ ਹੈ। ਇਹਦੇ ਤੇ ਅੱਗੇ ਜਦੋਂ 125 ਤੋਂ ਜ਼ਿਆਦਾ ਵੱਧਦੀ ਹੈ ਖਾਲੀ ਪੇਟ ਤੇ 200 ਤੋਂ ਵੱਧਦੀ ਹੈ ਖਾਣੇ ਦੇ 2 ਘੰਟੇ ਬਾਅਦ, ਉਹ ਫਿਰ ਅਸੀਂ ਕਹਿੰਦੇ ਹਾਂ ਕਿ ਜੀ ਹੁਣ ਜ਼ਿਆਬਤੀਸ ਦਾ ਮਰਜ਼ ਸ਼ੁਰੂ ਹੋ ਗਿਆ। ਇੱਕ ਬੜੀ ਅਲਾਰਮਿੰਗ ਗੱਲ ਹੈ, ਬੜੀ ਪਰੇਸ਼ਾਨੀ ਦੀ ਗੱਲ ਹੈ ਕਿ ਪਾਕਿਸਤਾਨ ਇਸ ਵੇਲੇ ਦੁਨੀਆ ਵਿੱਚ 3 ਨੰਬਰ ਤੇ ਵੇ ਕਿ ਜਿਹਦੇ ਵਿੱਚ ਸ਼ੂਗਰ ਦੇ ਮਰੀਜ਼ਾਂ ਦਾ ਮਤਲਬ ਹੈ ਕਿ ਅਗਰ ਅਸੀਂ ਵੇਖੀਏ ਕਿ ਕਿੰਨੇ ਮਰੀਜ਼ ਆ ਤੇ ਅਸੀਂ ਪਿਛਲੇ 2-3 ਸਾਲਾਂ ਵਿੱਚ 4ਵੇਂ-5ਵੇਂ ਨੰਬਰ ਤੋਂ ਅਸੀਂ 3ਰੇ ਨੰਬਰ ਤੇ ਆ ਗਏ। ਸਾਡੇ ਤੋਂ ਉੱਤੇ ਸਿਰਫ ਅਮਰੀਕਾ, ਪਹਿਲਾਂ ਅਮਰੀਕਾ ਸੀ, ਹੁਣ ਸਾਡੇ ਤੋਂ ਉੱਤੇ ਚਾਈਨਾ ਤੇ ਇੰਡੀਆ ਨੇ। ਅਮਰੀਕਾ ਹੁਣ ਸਾਡੇ ਥੱਲੇ ਆ ਗਿਆ ਕਿਉਂਕਿ ਉਹਨਾਂ ਨੇ ਆਪਣੀ ਕੁਝ ਖੁਰਾਕ ਵਿੱਚ ਕੁਝ ਆਪਣੀ ਜ਼ਿੰਦਗੀ ਦੇ ਤੌਰ ਤਰੀਕੇ ਵਿੱਚ ਬਦਲਾਅ ਲਾਣਾ ਸ਼ੁਰੂ ਕੀਤਾ ਤੇ ਮਤਲਬ ਹੈ ਕਿ ਬੁਨਿਆਦੀ ਬੜਾ ਅਲਾਰਮਿੰਗ ਸਾਈਨ ਹੈ ਨਾ ਸਾਡੇ ਲਈ ਤੇ ਬੜਾ ਕੰਮ ਦੀ ਲੋੜ ਹੈ ਇਹਦੇ ਤੇ। ਬਿਲਕੁਲ ਇਹਦੇ ਵਿੱਚ ਬੜੀ ਜ਼ਰੂਰਤ ਹੈ ਕਿ ਸਾਡੀ ਆਵਾਮ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਪ੍ਰੀਵੈਂਸ਼ਨ ਕਿ ਜੀ ਇਹ ਮਤਲਬ ਸਾਡੀ ਆਵਾਮ ਤੁਸੀਂ ਕਿਸੇ ਵੀ ਮਤਲਬ ਅਸੀਂ ਅਗਰ 80 ਮਰੀਜ਼ ਵੇਖਦੇ ਆ ਤੇ ਉਹਦੇ ਵਿੱਚ 50 ਮਰੀਜ਼ ਐਸੇ ਹੁੰਦੇ ਨੇ ਜਿਨ੍ਹਾਂ ਦੀ ਸ਼ੂਗਰ ਬਾਰਡਰ ਲਾਈਨ ਹੁੰਦੀ ਹੈ ਜਾਂ ਫਿਰ ਉਹ ਮੁਕੰਮਲ ਜ਼ਿਆਬਤੀਸ ਦੇ ਮਰੀਜ਼ ਉਹਦੇ ਵਿੱਚ ਜ਼ਿਆਬਤੀਸ ਦੇ ਮਰੀਜ਼ ਨਿਕਲ ਆਉਂਦੇ ਨੇ। ਤੇ ਇਹ ਜਿਹੜੀ ਤੁਸੀਂ ਬੁਨਿਆਦੀ ਵਜ੍ਹਾ ਇਹ ਵੇ ਕਿ ਜੀ ਸਾਡੀ ਜ਼ਿੰਦਗੀ ਵਿੱਚ ਨਾ ਹੁਣ ਐਕਟੀਵਿਟੀ ਬੜੀ ਘੱਟ ਹੋ ਗਈ ਹੈ। ਖਾਸ ਤੌਰ ਤੇ ਖਵਾਤੀਨ ਦੀ ਗੱਲ ਕਰੀਏ ਜਾਂ ਮਰਦਾਂ ਦੀ ਗੱਲ ਕਰੀਏ, ਖਵਾਤੀਨ ਘਰ ਦੇ ਕੰਮ ਕਰਦੀਆਂ ਨੇ ਲੇਕਿਨ ਉਹ ਸਮਝਦੀਆਂ ਨੇ ਕਿ ਘਰ ਦੇ ਕੰਮਾਂ ਨਾਲ ਵਰਜ਼ਿਸ਼ ਹੋ ਜਾਂਦੀ ਹੈ। ਉਹ ਨਹੀਂ ਜੀ ਹੁੰਦੀ ਕਿਉਂਕਿ ਸਾਨੂੰ ਇੱਕ ਖਾਸ ਜ਼ਿੰਦਗੀ ਦਾ ਟਾਈਮ ਵਰਜ਼ਿਸ਼ ਵਾਸਤੇ ਚਾਹੀਦਾ ਹੁੰਦਾ ਹੈ। ਨੰਬਰ 2 ਇਹ ਵੇ ਕਿ ਸਾਡੀ ਖੁਰਾਕ ਵਿੱਚ ਜਿਹੜਾ ਨਾ ਕਾਰਬੋਹਾਈਡਰੇਟ ਨਸ਼ਾਸਤਾ ਉਹ ਬਹੁਤ ਵੱਧ ਗਿਆ।
ਸਹੀ। ਸ਼ਾਸਤਾ ਜਿਹੜਾ ਹੈ ਉਹ ਸਫੇਦ ਆਟੇ ਵਿੱਚ ਆਉਂਦਾ ਹੈ, ਮੈਦੇ ਵਿੱਚ ਆਉਂਦਾ ਹੈ। ਤੇ ਸਾਡੀ ਅੱਧੀ ਤੋਂ ਜ਼ਿਆਦਾ ਆਵਾਮ ਜਿਹੜੀ ਹੈ ਆਟਾ ਜਿਹੜੀ ਹੈ ਉਹ ਗੰਦਮ ਦਾ ਆਟਾ ਨਹੀਂ ਇਸਤੇਮਾਲ ਕਰਦੀ, ਜੋ ਵਗੈਰਾ ਸ਼ਾਮਿਲ ਨਹੀਂ ਕਰਦੀ, ਉਸ ਛੰਨਾ ਹੋਇਆ ਆਟਾ ਨਹੀਂ ਆਉਂਦਾ, ਉਹ ਸਫੇਦ ਆਟਾ ਆਉਂਦਾ ਹੈ। ਸਫੇਦ ਆਟਾ ਜਿਹੜਾ ਹੈ ਉਹ ਜਿਸਮ ਵਿੱਚ ਜਾ ਕੇ ਸ਼ੂਗਰ ਨੂੰ ਵਧਾਉਂਦਾ ਹੈ। ਸਹੀ। ਤੇ ਉਹਦੇ ਨਾਲ ਇਹ ਵੇ ਕਿ ਮਿੱਠੀਆਂ ਚੀਜ਼ਾਂ ਸਾਡੇ ਹੁਣ ਚੀਨੀ ਦਾ ਇਸਤੇਮਾਲ ਸਾਡੇ ਬਹੁਤ ਵੱਧ ਗਿਆ ਹੋਇਆ, ਮੋਟਾਪਾ ਸਾਡੇ ਆਵਾਮ ਵਿੱਚ ਬਹੁਤ ਵੱਧ ਗਿਆ ਹੋਇਆ। ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਨਾ ਉਹਦੇ ਨਾਲ ਇਹ ਵੇ ਕਿ ਸੈਡੈਂਟਰੀ ਲਾਈਫਸਟਾਈਲ, ਮਤਲਬ ਕਿ ਕੰਮ ਵਰਜ਼ਿਸ਼ ਨਾ ਕਰਨਾ, ਜਾਂ ਤੁਸੀਂ ਵਰਜ਼ਿਸ਼ ਸਭ ਤੋਂ ਜਿਹੜੀ ਸਾਦੀ ਕਿਸਮ ਹੈ ਵਰਜ਼ਿਸ਼ ਦੀ ਜੀ ਉਹ ਵਾਕ ਹੈ ਜੀ। ਠੀਕ ਹੈ ਨਾ। ਤੇ ਸਾਡੇ ਇੱਥੇ ਵੇ ਕਿ ਸਾਡੇ ਵਿੱਚ ਹੁਣ ਅਸੀਂ ਵਾਕ ਕਰਨਾ ਘੱਟ ਕਰ ਦਿੱਤੀ, ਅਸੀਂ ਮੋਟਰਸਾਈਕਲ ਤੇ, ਸਾਈਕਲ ਤੇ ਜਾਂ ਗੱਡੀ ਤੇ ਜਾਣਾ ਜ਼ਿਆਦਾ ਪ੍ਰੈਫਰ ਕਰਨੇ ਆ। ਹਾਂਜੀ। ਤੇ ਇਹ ਸਾਰੀ ਚੀਜ਼ਾਂ ਮਿਲ ਮਿਲਾ ਕੇ ਨਾ ਜ਼ਾਬਿਤਸ ਦਾ ਬਹੁਤ ਜ਼ਿਆਦਾ ਜਿਹੜਾ ਹੈ ਨਾ ਪਾਕਿਸਤਾਨ ਵਿੱਚ ਹੁਣ ਵੱਧ ਗਿਆ ਹੈ ਕੰਮ। ਠੀਕ। ਤੇ ਮੈਂ ਸੁਣਨ ਵਾਲਿਆਂ ਨੂੰ ਦੱਸਦਾ ਚੱਲਾਂ ਜਿਨ੍ਹਾਂ ਨੇ ਹੁਣੇ ਰੇਡੀਓ ਟਿਊਨ ਕੀਤਾ ਹੈ, ਡਾਕਟਰ ਮਦੀਹਾ ਨਜ਼ਰ ਸਾਹਿਬਾ ਸਾਡੇ ਨਾਲ ਮੌਜੂਦ ਨੇ, ਡਾਇਬਟੋਲੋਜਿਸਟ ਨੇ ਤੇ ਮੈਡੀਕਲ ਸਪੈਸ਼ਲਿਸਟ ਨੇ, ਹੋਲੀ ਫੈਮਿਲੀ ਹਸਪਤਾਲ ਰਾਵਲਪਿੰਡੀ ਦੇ ਸ਼ੋਭਾ ਫੁੱਟ ਕੇਅਰ ਤੇ ਡਾਇਬੈਟਿਕ ਸੈਂਟਰ ਦੇ ਇੰਚਾਰਜ ਨੇ। ਤੁਸੀਂ ਵੀ ਇਹਨਾਂ ਕੋਲ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਡਾਇਬੀਟੀਜ਼ ਦੇ ਹਵਾਲੇ ਨਾਲ ਜਾਂ ਫੁੱਟ ਕੇਅਰ ਦੇ ਹਵਾਲੇ ਨਾਲ, ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਸਾਡੇ WhatsApp ਨੰਬਰ 092052921 ਤੇ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿ ਜ਼ਾਬਤੀਜ਼ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਤੇ ਇਹਨਾਂ ਵਿੱਚ ਕੀ ਫਰਕ ਹੁੰਦਾ ਹੈ? ਬਿਲਕੁਲ ਜੀ, ਪਹਿਲਾਂ ਲੋਕੀ ਕਹਿੰਦੇ ਸਨ ਕਿ ਜੀ ਜ਼ਾਬਿਤਸ ਦੀ ਦੋ ਹੀ ਕਿਸਮਾਂ ਨੇ, ਇੱਕ ਇਨਸੂਲਿਨ ਵਾਲੀ ਤੇ ਇੱਕ ਬਗੈਰ ਇਨਸੂਲਿਨ ਵਾਲੀ, ਲੇਕਿਨ ਹੁਣ ਜ਼ਾਬਿਤਸ ਦੀ ਬਹੁਤ ਸਾਰੀ ਕਿਸਮਾਂ ਨੇ। ਠੀਕ ਹੈ, ਕੁਝ ਕਿਸਮਾਂ ਦੇਖੋ ਪਹਿਲਾਂ ਅਸੀਂ ਸਮਝਦੇ ਸਾਂ ਕਿ ਕਮ ਉਮਰੀ ਵਿੱਚ ਜਿਹੜੀ ਵੀ ਸ਼ੂਗਰ ਆਉਂਦੀ ਹੈ ਉਹ ਇਨਸੂਲਿਨ ਵਾਲੀ ਆਉਂਦੀ ਹੈ, ਲੇਕਿਨ ਹੁਣ ਇਸ ਤਰ੍ਹਾਂ ਨਹੀਂ ਹੈ। ਅਸੀਂ ਬਹੁਤ ਸੇ ਜਵਾਨ ਲੋਕ ਵੇਖ ਰਹੇ ਹਾਂ ਜਿਹੜੀ ਇਸ ਤਰ੍ਹਾਂ ਦੀ ਡਾਇਬੀਟੀਜ਼ ਹੈ ਜਿਹਨੂੰ ਟਾਈਪ 2 ਕਹਿੰਦੇ ਨੇ, ਜੋ ਦਵਾਈਆਂ ਨਾਲ ਠੀਕ ਹੁੰਦੀ ਹੈ ਕਿ ਦਵਾਈਆਂ ਉਹਦੇ ਵਾਸਤੇ ਚਾਹੀਦੀਆਂ ਹੁੰਦੀਆਂ ਨੇ। ਫਿਰ ਕੁਝ ਜ਼ਾਬਿਤਸ ਦੀ ਕਿਸਮ ਹੁੰਦੀ ਹੈ ਜਿਸ ਤਰ੍ਹਾਂ ਲਾਡਾ ਕਹਿੰਦੇ ਆ, LAD ਹੈ, ਉਹ ਕਿਸਮ ਹੁੰਦੀ ਜਿਹੜੀ ਸ਼ੁਰੂ ਦਵਾਈਆਂ ਤੇ ਹੁੰਦੀ ਹੈ ਲੇਕਿਨ ਸਾਲ 2 ਦੇ ਅੰਦਰ ਮਰੀਜ਼ ਜਿਹੜਾ ਹੈ ਉਹ ਇਨਸੂਲਿਨ ਤੇ ਆ ਜਾਂਦਾ ਹੈ। ਠੀਕ। ਇसी तरह कुछ ਜ਼ਾਬਿਤਸ ਦੀ ਕਿਸਮਾਂ ਜਿਹੜੀਆਂ ਨੇ ਉਹ ਦਵਾਈਆਂ ਨਾਲ ਹੁੰਦੀਆਂ ਨੇ, ਖਾਸ ਤੌਰ ਤੇ ਜਿਨ੍ਹਾਂ ਲੋਕਾਂ ਦੀ ਐਸੀ ਬਿਮਾਰੀ ਹੈ ਕਿ ਜਿਨ੍ਹਾਂ ਨੂੰ ਸਟੀਰੋਇਡ ਖਾਣੇ ਪੈਂਦੇ ਨੇ, ਉਹਦੀ ਵਜ੍ਹਾ ਤੋਂ ਵੀ ਜ਼ਾਬਿਤਸ ਸ਼ੁਰੂ ਹੋ ਜਾਂਦੀ ਹੈ। ਕੁਝ ਮੋਰੂਸਾਨੀ ਡਾਇਬੀਟੀਜ਼ ਦੀ ਕਿਸਮਾਂ ਵੀ ਹੁੰਦੀਆਂ ਨੇ। ਅੱਛਾ ਡਾਕਟਰ ਸਾਹਿਬ, ਤੁਸੀਂ ਇਨਸੂਲਿਨ ਦਾ ਜ਼ਿਕਰ ਕੀਤਾ ਤੇ ਇਨਸੂਲਿਨ ਜਿਹੜੀ ਹੈ ਸ਼ੂਗਰ ਦੇ ਮਰੀਜ਼ਾਂ ਲਈ ਕਿੰਨੀ ਅਹਿਮੀਅਤ ਹੈ? ਮੈਂ ਤਾਂ ਜੀ ਕਹਾਂਗੀ ਕਿ ਇਨਸੂਲਿਨ ਜਿਹੜੀ ਹੈ ਸ਼ੂਗਰ ਦੇ ਮਰੀਜ਼ਾਂ ਜਿਨ੍ਹਾਂ ਨੂੰ ਜ਼ਰੂਰਤ ਹੈ, ਉਹਨਾਂ ਦੀ ਬਿਮਾਰੀ ਉਹ ਆਬੇ ਹਯਾਤ ਹੈ। ਠੀਕ ਹੈ ਨਾ। ਇਨਸੂਲਿਨ ਦੇ ਬਾਰੇ ਵਿੱਚ ਬੜੇ ਗਲਤ ਕਿਸਮ ਦੇ ਕਨਸੈਪਟ ਜਿਹੜੇ ਨੇ ਸਾਡੀ ਆਵਾਮ ਵਿੱਚ ਪੈਦਾ ਕੀਤੇ ਗਏ ਨੇ ਕਿ ਜੀ ਇਨਸੂਲਿਨ ਨਾਲ ਪੇਟ ਵਿੱਚ ਪਾਣੀ ਪੈ ਜਾਂਦਾ ਹੈ, ਇਨਸੂਲਿਨ ਲੱਗ ਜਾਏ ਤੇ ਫਿਰ ਰੁਕਦੀ ਨਹੀਂ ਹੈ। ਦੇਖੋ ਇਨਸੂਲਿਨ ਜਿਹੜੀ ਹੈ ਨਾ ਉਹ ਮੈਂ ਕਹਾਂਗੀ ਕਿ ਜ਼ਾਬਿਤਸ ਹੁੰਦੀ ਇਸ ਵਾਸਤੇ ਵੀ ਕਿ ਤੁਹਾਡਾ ਲਬਲਬਾ ਜਿਹੜਾ ਹੈ ਮਰੀਜ਼ ਦਾ ਉਹ ਇੱਕ ਐਸਾ ਜਿਸਮ ਵਿੱਚ ਹਿੱਸਾ ਹੈ ਜਿਹੜਾ ਇਨਸੂਲਿਨ ਪੈਦਾ ਕਰਦਾ ਹੈ। ਇਨਸੂਲਿਨ ਦਾ ਕੰਮ ਹੁੰਦਾ ਹੈ ਤੁਹਾਡੀ ਜਿਹੜੀ ਖੂਨ ਵਿੱਚ ਸ਼ੂਗਰ ਹੈ ਉਹਨੂੰ ਪੱਠਿਆਂ ਦੇ ਅੰਦਰ ਘੁਸਾਣਾ ਤਾਂ ਕਿ ਉਹ ਪੱਠਿਆਂ ਦੀ ਖੁਰਾਕ ਦੇ ਤੌਰ ਤੇ ਇਸਤੇਮਾਲ ਹੋ ਸਕੇ। ਜਦੋਂ ਲਬਲਬ ਜ਼ਾਬਿਤਸ ਸ਼ੁਰੂ ਹੁੰਦੀ ਹੈ ਲਬਲਬਾ 80% ਖਤਮ ਹੋ ਚੁੱਕਾ ਹੁੰਦਾ ਹੈ, ਹੁਣ 20% ਰਹਿ ਗਿਆ, ਉਹਨੇ ਸਾਰੀ ਜ਼ਿੰਦਗੀ ਕੰਮ ਕਰਨਾ ਹੈ। ਤੇ ਇਨਸੂਲਿਨ ਇੰਨੀ ਘਟ ਜਾਂਦੀ ਹੈ ਕਿ ਖੂਨ ਵਿੱਚੋਂ ਸ਼ੂਗਰ ਘਟ ਨਹੀਂ ਹੁੰਦੀ, ਉਹ ਪੱਠਿਆਂ ਵਿੱਚ ਦੇ ਅੰਦਰ ਨਹੀਂ ਜਾਂਦੀ ਤੇ ਮਰੀਜ਼ ਜਿਹੜਾ ਹੈ ਉਹ ਕਮਜ਼ੋਰ ਹੁੰਦਾ ਜਾਂਦਾ ਹੈ। ਠੀਕ ਹੈ ਨਾ। ਤੇ ਮਤਲਬ ਹੈ ਕਿ ਇਨਸੂਲਿਨ ਜਦੋਂ ਅੰਦਰ ਨਹੀਂ ਬਣ ਰਹੀ ਤੇ ਅਸੀਂ ਇੱਕ ਵਕਤ ਹੁੰਦਾ ਹੈ, ਅਸੀਂ ਜਿਹੜਾ ਵੱਜਾ ਕੁਚਾ ਲਬਲਬਾ ਹੁੰਦਾ ਉਹਨੂੰ ਇਸਤੇਮਾਲ ਕਰਕੇ ਉਹਦੇ ਵਿੱਚੋਂ ਇਨਸੂਲਿਨ ਕੱਢਨੇ ਆ, ਲੇਕਿਨ ਜਦੋਂ ਸਾਨੂੰ ਲੱਗੇ ਕਿ ਜੀ ਹੁਣ ਲਬਲਬੇ ਦੀ ਬਸ ਹੋ ਗਈ ਹੈ ਤੇ ਫਿਰ ਅਸੀਂ ਇਨਸੂਲਿਨ ਉਹਦੀ ਮਦਦ ਦੇ ਤੌਰ ਤੇ ਦਿੰਨੇ ਆ ਕਿ ਕੁਝ ਕੰਮ ਲਬਲਬਾ ਕਰੇ, ਕੁਝ ਕੰਮ ਅਸੀਂ ਬਾਹਰੋਂ ਕਰ ਦੇਣੇ। ਇਨਸੂਲਿਨ ਦਾ ਵਕਤ ਹੈ, ਅਗਰ ਤੁਸੀਂ ਉਸ ਵਕਤ ਨੂੰ ਗੁਜ਼ਾਰ ਕੇ ਇਨਸੂਲਿਨ ਤੇ ਆਏ ਨਾ ਤੇ ਤੁਹਾਡੇ ਜਿਸਮ ਨੂੰ ਬਹੁਤ ਕੁਝ ਡੈਮੇਜ ਪਹੁੰਚ ਚੁੱਕਾ ਹੋਏਗਾ। ਠੀਕ ਹੈ ਨਾ। ਡਾਕਟਰ ਸਾਹਿਬ ਬਹੁਤ ਸਾਰੇ ਲੋਕੀ ਸਾਨੂੰ ਸੁਣ ਰਹੇ ਨੇ, ਸਾਨੂੰ ਮੈਸੇਜ ਕੀਤਾ ਹੈ ਆਮਰ ਦਾਨਿਆਲ ਸਾਹਿਬ ਨੇ ਤੇ ਪੁੱਛ ਰਹੇ ਨੇ ਕਿ ਸ਼ੂਗਰ ਦਾ ਲੈਵਲ ਇਹਦਾ ਵੱਧ ਜਾਣਾ ਬਹੁਤਾ ਖਤਰਨਾਕ ਹੈ ਜਾਂ ਇਹਦਾ ਘੱਟ ਹੋਣਾ? जी दोनों खतरनाक ने। ठीक है ना, लेकिन ये मैं अपने मरीज़ां नूं यही दसदी हां कि जी एक तराजू है। ठीक है ना, इस तराजू ते तुसी दोवें चीज़ां रखनियां ने, एक तरफ तुहाडा शुगर दा बैलेंस होएगा, ठीक है, ते दूजी तरफ जिहड़ा है तुहाडी की कहंदे ने खुराक होएगी। इन्हां दोवां चीज़ां नूं बैलेंस करना हुंदा है। ठीक है ना, अगर तुहाडी शुगर वधदी है ते फिर उहदा नुकसान ये हुंदा है कि ਅੱਖਾਂ ਨੂੰ, ਦਿਲ ਨੂੰ, ਦਿਮਾਗ ਨੂੰ ਨੁਕਸਾਨ ਪਹੁੰਚ ਸਕਦਾ ਹੈ। ਲੇਕਿਨ ਅਗਰ ਸ਼ੂਗਰ ਘਟਦੀ ਹੈ ਤੇ ਉਹਦੀ ਵਜ੍ਹਾ ਤੋਂ ਮਰੀਜ਼ ਸਾਡੇ ਅੱਲਾ ਨੇ ਬੜਾ ਇੱਕ ਅੱਛਾ ਸਿਸਟਮ ਰੱਖਿਆ ਕਿ ਸਾਡੇ ਜਿਸਮ ਵਿੱਚ ਐਸਾ ਸਿਸਟਮ ਮੌਜੂਦ ਹੈ ਜਿਹੜਾ ਫੌਰਨ ਦੱਸ ਦਿੰਦਾ ਹੈ ਕਿ ਜੀ ਸ਼ੂਗਰ ਘਟ ਰਹੀ ਹੈ। ਸਹੀ। ਲੇਕਿਨ ਇਹ ਸਿਸਟਮ ਵੀ ਇੱਕ ਵਕਤ ਤੱਕ ਕੰਮ ਕਰਦਾ ਹੈ। ਠੀਕ ਹੈ ਨਾ, ਅਗਰ ਤੁਸੀਂ ਬਾਰ-ਬਾਰ ਇਹਨੂੰ ਚਲਾਓਗੇ ਤੇ ਅਲਟੀਮੇਟਲੀ ਫਿਊਜ਼ ਹੋ ਜਾਏਗਾ। ਠੀਕ ਹੈ ਨਾ। ਤੇ ਸ਼ੂਗਰ ਦੇ ਮਰੀਜ਼ ਜਿਹੜਾ ਹੈ ਕਿ ਘੱਟ ਵਾਲੀ ਚੀਜ਼ ਪਤਾ ਲੱਗ ਜਾਂਦੀ ਹੈ, ਜ਼ਿਆਦਾ ਵਾਲੀ ਚੀਜ਼ ਵੀ ਅਕਸਰ ਔਕਾਤ ਪਤਾ ਲੱਗ ਜਾਂਦੀ ਹੈ। ਠੀਕ। ਲੇਕਿਨ ਖਤਰਨਾਕ ਦੋਵੇਂ ਨੇ।
ਅੱਛਾ ਡਾਕਟਰ ਸਾਹਿਬ ਇਹ ਵੀ ਦੱਸੋ ਕਿ ਜਿਨ੍ਹਾਂ ਮਰੀਜ਼ਾਂ ਨੂੰ ਸ਼ੂਗਰ ਦੇ ਨਾਲ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਵੀ ਹੈ, ਬਿਲਕੁਲ। ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਟੈਕਲ ਕਰਦੇ ਹੋ, ਕੀ ਤਜਵੀਜ਼ ਕਰਦੇ ਹੋ ਉਹਨਾਂ ਨੂੰ? ਦੇਖੋ ਜੀ, ਸ਼ੂਗਰ ਦਾ ਮਰਜ਼ ਜਿਹੜਾ ਹੈ ਨਾ, ਉਹ ਖਾਲੀ ਇਹ ਨਹੀਂ ਹੈ ਕਿ ਮੈਂ ਸਿਰਫ ਸ਼ੂਗਰ ਠੀਕ ਕਰਨੀ ਹੈ ਨਾ, ਮੈਂ ਉਹਦੇ ਨਾਲ ਉਹਨਾਂ ਕਹਿੰਦੇ ਨੇ ਐਸੋਸੀਏਟਿਡ ਰਿਸਕ ਫੈਕਟਰਸ, ਉਹਦੇ ਨਾਲ ਹੋਰ ਜਿੰਨੀ ਚੀਜ਼ਾਂ ਨੇ ਜਿਹੜੀ ਜਿਸਮ ਨੂੰ ਨੁਕਸਾਨ ਦੇ ਸਕਦੀਆਂ ਨੇ ਉਹ ਇਹਦੇ ਨਾਲ ਹੀ ਆਉਂਦੀਆਂ ਨੇ। ਜਿਵੇਂ ਤੁਸੀਂ ਕਹਿੰਦੇ ਹੋ ਨਾ, ਬਾਏ 1 ਗੈਟ 1 ਫ੍ਰੀ, ਤਾਂ ਸ਼ੂਗਰ ਦੇ ਮਰੀਜ਼ ਦੇ ਨਾਲ ਨਾ ਹੋਰ ਚੀਜ਼ਾਂ ਵੀ ਆ ਜਾਂਦੀਆਂ ਨੇ, ਜਿਹਦੇ ਵਿੱਚ ਬਲੱਡ ਪ੍ਰੈਸ਼ਰ ਵੀ ਸ਼ਾਮਿਲ ਹੈ ਤੇ ਕੋਲੇਸਟ੍ਰੋਲ ਵੀ ਸ਼ਾਮਿਲ ਹੈ। ਇਹਨਾਂ ਸਾਰੀ ਚੀਜ਼ਾਂ ਨੂੰ ਅਸੀਂ ਠੀਕ ਕਰਨਾ ਹੁੰਦਾ। ਬਲੱਡ ਪ੍ਰੈਸ਼ਰ ਜਿਹੜਾ ਹੈ ਨਾ, ਸਾਡਾ ਇੱਕ ਆਵਾਮ ਅਸੀਂ ਨਾ ਇਹ ਨਹੀਂ ਸੋਚਦੇ ਕਿ ਜਿਹੜੀ ਚੀਜ਼ ਅਸੀਂ ਕੰਟਰੋਲ ਕਰਨੀ ਹੈ ਉਹ ਕਿੰਨੀ ਕੰਟਰੋਲ ਹੋਣੀ ਚਾਹੀਦੀ ਹੈ। ਇੱਕ ਹੁੰਦਾ ਨਾ ਕਿ ਜੀ ਇੰਨਾ ਕੰਟਰੋਲ ਹੋਣਾ ਚਾਹੀਦਾ, ਅਸੀਂ ਕਹਿੰਦੇ ਹਾਂ ਕਿ ਜੀ ਥੋੜਾ ਬਹੁਤ ਕੰਟਰੋਲ ਹੋ ਜਾਏ। ਸ਼ੂਗਰ ਜੀ ਚਲੋ ਘੱਟ ਨਹੀਂ ਹੁੰਦੀ, ਚਲੋ 200-250 ਰਹੇ ਕੋਈ ਗੱਲ ਨਹੀਂ। ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਚਲੋ 140, 90, 150 ਰਹੇ ਕੋਈ ਗੱਲ ਨਹੀਂ ਹੈ। ਨਹੀਂ, ਸਾਡੀ ਜਿਹੜੀ ਹੁਣ ਟਾਰਗੇਟ ਨੇ, ਅਸੀਂ ਕਹਿੰਦੇ ਹਾਂ ਕਿ ਸਾਡੇ ਮਰੀਜ਼ ਦੀ ਅਗਰ 30 ਦਿਨ ਨੇ ਤੇ 25 ਦਿਨ ਇੰਨੀ ਸ਼ੂਗਰ ਹੋਣੀ ਚਾਹੀਦੀ ਹੈ। ਸਹੀ। ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਜਿਹੜਾ ਹੈ ਸ਼ੂਗਰ ਦੇ ਮਰੀਜ਼ ਵਿੱਚ 120-70, ਠੀਕ ਹੈ ਨਾ, 130 ਤੋਂ ਘੱਟ ਤੇ 80 ਤੇ 90 ਤੋਂ ਘੱਟ ਇੰਨਾ ਹੋਣਾ ਚਾਹੀਦਾ ਹਰ ਵੇਲੇ। ਤੇ ਅਸੀਂ ਇਹ ਅਵੇਅਰਨੈਸ ਜਨਰੇਟ ਕਰਨੇ ਆ ਕਿ ਜੀ ਕੰਪਰੋਮਾਈਜ਼ ਨਾ ਕਰੋ, ਤੁਹਾਡਾ ਜਿਹੜਾ ਅਸੀਂ ਟਾਰਗੇਟ ਰੱਖਿਆ ਹੋਇਆ ਨਾ, ਅਸੀਂ ਉਹਦੇ ਤੇ ਤੁਹਾਨੂੰ ਲੈ ਕੇ ਆਣਾ ਤੇ ਉੱਥੇ ਹੀ ਰੱਖਣਾ ਹੈ। ਇਹ ਬੜਾ ਜ਼ਰੂਰੀ ਹੈ। ਸਹੀ। ਲੋ ਜੀ, ਮੈਂ ਸੁਣਨ ਵਾਲਿਆਂ ਨੂੰ ਦੱਸਦਾ ਚੱਲਾਂ ਕਿ ਡਾਕਟਰ ਮਦੀਹਾ ਨਜ਼ਰ ਸਾਹਿਬਾ ਸਾਡੇ ਨਾਲ ਮੌਜੂਦ ਨੇ, ਡਾਇਬਟੋਲੋਜਿਸਟ ਨੇ ਤੇ ਮੈਡੀਕਲ ਸਪੈਸ਼ਲਿਸਟ ਨੇ ਹੋਲੀ ਫੈਮਿਲੀ ਹਸਪਤਾਲ ਵਿੱਚ ਡਾਇਬਟਿਕ ਸੈਂਟਰ ਤੇ ਸ਼ੋਭਾ ਫੁੱਟ ਕੇਅਰ ਦੀ ਇੰਚਾਰਜ ਨੇ। ਤੁਸੀਂ ਇਹਨਾਂ ਕੋਲ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ 05192950520। ਇਸ ਨੰਬਰ ਤੇ ਤੁਸੀਂ ਸਾਨੂੰ ਫੋਨ ਕਰੋ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਸਾਡੇ WhatsApp ਨੰਬਰ ਤੇ 05192950521। ਚੱਲਨੇ ਆ ਇੱਕ ਹੋਰ ਟਰੈਕ ਵੱਲ, ਇਹ ਗਾਣਾ ਸੁਣੋ ਫਿਰ ਪਰਤ ਕੇ ਆਨੇ ਵਾਪਸ। ਸੁਣਦੇ ਰਹਿਣਾ FM ਪੰਜਾਬ ਰੰਗ 99.4। ਜੀ ਅਸੀਂ ਮੁੜ ਕੇ ਫਿਰ ਵਾਪਸ ਆ ਗਏ ਹਾਂ। ਤੁਸੀਂ ਸੁਣ ਰਹੇ ਹੋ FM ਪੰਜਾਬ ਰੰਗ 99.4। ਸਾਡੇ ਲਈ ਬੜੇ ਆਨਰ ਦੀ ਗੱਲ ਹੈ, ਬੜੀ ਖੁਸ਼ਕਿਸਮਤੀ ਹੈ ਸਾਡੇ ਨਾਲ ਮੌਜੂਦ ਨੇ ਡਾਕਟਰ ਮਦੀਹਾ ਨਜ਼ਰ ਸਾਹਿਬਾ, ਡਾਇਬਟੋਲੋਜਿਸਟ ਨੇ ਤੇ ਮੈਡੀਕਲ ਸਪੈਸ਼ਲਿਸਟ ਨੇ। ਬਹੁਤ ਸਾਰੇ ਲੋਕੀ ਸਾਨੂੰ ਸਵਾਲ ਕਰ ਰਹੇ ਨੇ ਤੇ ਡਾਕਟਰ ਸਾਹਿਬ ਉਹ ਸਾਨੂੰ ਪੁੱਛ ਰਹੇ ਨੇ ਕਿ ਤੁਸੀਂ ਹੋਲੀ ਫੈਮਿਲੀ ਹਸਪਤਾਲ ਤੋਂ ਇਲਾਵਾ ਹੋਰ ਕਿਧਰੇ ਪ੍ਰਾਈਵੇਟਲੀ ਵੀ ਮਰੀਜ਼ਾਂ ਨੂੰ ਚੈੱਕ ਕਰਦੇ ਹੋ? ਬਿਲਕੁਲ। ਕੁਝ ਲੋਕ ਹੁੰਦੇ ਨੇ ਜਿਹੜੇ ਸਵੇਰ ਦੇ ਟਾਈਮ ਨਹੀਂ ਆ ਸਕਦੇ ਨੇ, ਦਫ਼ਤਰਾਂ ਵਿੱਚ ਮਸਰੂਫ ਹੁੰਦੇ ਨੇ, ਤੇ ਸ਼ਾਮ ਦੇ ਟਾਈਮ ਤੇ ਮੈਂ ਹਨੀਫ ਮੈਡੀਕਲ ਕੰਪਲੈਕਸ ਹੈ ਸੈਦਪੁਰ ਰੋਡ ਤੇ, ਮੈਂ ਉੱਥੇ ਬਹਿਨੀ ਆ 7:30 ਤੋਂ 9:30 ਵਜੇ ਤੱਕ, ਪੀਰ ਮੰਗਲ ਬੁੱਧ ਜੁਮੇਰਾਤ 4 ਦਿਨ। ਜੀ ਬਿਲਕੁਲ। ਤੇ ਉੱਥੇ ਵੀ ਜੀ ਸ਼ੂਗਰ ਦੇ ਮਰੀਜ਼ਾਂ ਦੀ ਬਹੁਤ ਜ਼ਿਆਦਾ ਜਿਹੜੀ ਇਹ ਤਾਦਾਦ ਉਹ ਮੈਨੂੰ ਵਿਖਾਉਂਦੀ ਹੈ ਤੇ ਬੜਾ ਮਤਲਬ ਅਸੀਂ ਸਹੀ ਇਲਾਜ ਉਹਨਾਂ ਨੂੰ ਪ੍ਰੋਵਾਈਡ ਕਰਨੇ ਹੁੰਦੇ। ਠੀਕ। ਤੇ ਜਿਹੜੇ ਵੀ ਲੋਕੀ ਡਾਕਟਰ ਸਾਹਿਬਾਂ ਨੂੰ ਚੈੱਕ ਕਰਵਾਉਣਾ ਚਾਹੁੰਦੇ ਨੇ ਸਾਨੂੰ ਕਾਲ ਕਰ ਸਕਦੇ ਨੇ, ਸਾਡੇ ਕੋਲੋਂ ਇਹਨਾਂ ਦੇ ਕਲੀਨਿਕ ਦਾ ਨੰਬਰ ਲੈ ਸਕਦੇ ਨੇ ਤੇ ਸਾਡਾ ਨੰਬਰ ਹੈ 05192950520 ਤੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰੋ 05192950521। ਡਾਕਟਰ ਸਾਹਿਬਾ, ਚੂੰਕਿ ਤੁਸੀਂ ਫੁੱਟ ਕੇਅਰ ਦੇ ਸ਼ੋਬੇ ਦੇ ਇੰਚਾਰਜ ਵੀ ਹੋ ਤੇ ਹੁਣ ਕੁਝ ਅਸੀਂ ਫੁੱਟ ਕੇਅਰ ਦੇ ਹਵਾਲੇ ਨਾਲ ਗੱਲ ਕਰਨੇ ਆ। ਇਹ ਦੱਸੋ ਕਿ ਇਹ ਫੁੱਟ ਕੇਅਰ ਤੋਂ ਕੀ ਮੁਰਾਦ ਹੈ ਤੇ ਤੁਹਾਡਾ ਸੈਂਟਰ ਕਿਵੇਂ ਕੰਮ ਕਰਦਾ ਹੈ? ਜੀ ਇੱਕ ਗੱਲ ਇਹ ਵੇ ਕਿ ਜਿਨ੍ਹਾਂ ਮਰੀਜ਼ਾਂ ਦੀ ਸ਼ੂਗਰ ਦੇ ਮਰੀਜ਼ਾਂ ਦੇ ਜਦੋਂ ਜਿੰਨਾ ਮਰਜ਼ ਪੁਰਾਣਾ ਹੁੰਦਾ ਜਾਂਦਾ ਤੇ ਜਿੰਨਾ ਕੰਟਰੋਲ ਜਿਹੜਾ ਹੈ ਉਹ ਅੱਛਾ ਨਹੀਂ ਹੁੰਦਾ, ਉਹਨਾਂ ਦੇ ਪੈਰ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਨੇ। ਠੀਕ ਹੈ, ਜਦੋਂ ਸੁੰਨ ਹੋ ਜਾਂਦੇ ਨੇ ਤੇ ਬਾਅਦ ਉਹਨਾਂ ਨੂੰ ਕੋਈ ਵੀ ਹਲਕੀ ਜਿਹੀ ਵੀ ਚੋਟ ਲੱਗੇ ਤੇ ਉਹਨਾਂ ਨੂੰ ਪਤਾ ਨਹੀਂ ਚੱਲਦਾ। ਉਹਦਾ ਨਤੀਜਾ ਇਹ ਹੁੰਦਾ ਹੈ ਕਿ ਕੁਝ ਦਿਨਾਂ ਬਾਅਦ ਜਦੋਂ ਉੱਥੇ ਇਨਫੈਕਸ਼ਨ ਹੋ ਜਾਂਦੀ ਹੈ ਤੇ ਫਿਰ ਮਰੀਜ਼ ਜਿਹੜਾ ਹੈ ਉਹ ਨੋਟਿਸ ਕਰਦਾ ਹੈ ਕਿ ਜੀ ਉਹ ਇਹਦੇ ਤੇ ਪਸ ਆ ਰਹੀ ਹੈ, ਕੀ ਹੋ ਗਿਆ। ਤੇ ਫੁੱਟ ਕੇਅਰ ਦੇ ਵਾਲੇ ਤੋਂ ਇਹ ਵੇ ਕਿ ਅਸੀਂ ਮਰੀਜ਼ ਨੂੰ ਵਕਤ ਤੋਂ ਪਹਿਲਾਂ ਦੱਸਨੇ ਆ ਕਿ ਜੀ ਹੁਣ ਤੁਹਾਡਾ ਜਿਹੜਾ ਪੈਰ ਹੈ ਸੁੰਨ ਹੋਣਾ ਸ਼ੁਰੂ ਹੋ ਗਿਆ ਹੈ, ਇਹ ਹੁਣ ਫੁੱਟ ਐਟ ਰਿਸਕ ਹੈ, ਮਤਲਬ ਇਹ ਕਿ ਇਹਦਾ ਖਤਰਾ ਹੈ ਕਿ ਇਹਨੂੰ ਕੁਝ ਵੀ ਹੋ ਸਕਦਾ ਹੈ। ਉਸ ਸਟੇਜ ਤੇ ਅਸੀਂ ਦੱਸਦੇ ਹਾਂ ਕਿ ਜੀ ਹੁਣ ਤੁਹਾਡੇ ਪੈਰ ਦੀ ਇਹਤਿਆਤ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਚਿਹਰੇ ਦੀ ਇਹਤਿਆਤ ਕਰਦੇ ਹੋ ਕਿ ਇਹਨੂੰ ਕੋਈ ਹਲਕੀ ਜਿਹੀ ਵੀ ਚੋਟ ਨਾ ਲੱਗੇ। ਤੇ ਉਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੇ ਜੀ। ਇੱਕ ਤਾਂ ਇਹ ਵੇ ਕਿ ਰੋਜ਼ਾਨਾ ਮਰੀਜ਼, ਸਭ ਤੋਂ ਜ਼ਰੂਰੀ, ਮਰੀਜ਼ ਰੋਜ਼ਾਨਾ ਰਾਤ ਨੂੰ ਆਪਣੇ ਪੈਰ ਦਾ ਮੁਆਇਨਾ ਕਰੇ, ਉਂਗਲੀਆਂ ਦੇ ਦਰਮਿਆਨ ਵਿੱਚ, ਪੈਰ ਦੇ ਥੱਲੇ ਦੇ ਹਿੱਸੇ ਵਿੱਚ ਕਿ ਜੀ ਕੋਈ ਕੱਟ ਜਾਂ ਕੋਈ ਕ੍ਰੈਕ ਵਗੈਰਾ ਤੇ ਨਹੀਂ ਆ ਰਿਹਾ। ਇੱਕ ਚੀਜ਼ ਹੈ। ਦੂਜੀ ਚੀਜ਼ ਇਹ ਵੇ ਕਿ ਜੀ ਜੂਤਾ ਤੁਸੀਂ ਜਿਹੜਾ ਪਾਣਾ ਹੈ, ਨਵਾਂ ਜੂਤਾ ਜਦੋਂ ਵੀ ਪਾਓ ਉਹਨੂੰ ਫੌਰੀ ਤੌਰ ਤੇ 3-4 ਘੰਟੇ ਵਾਸਤੇ ਨਹੀਂ ਪਾਣਾ। ਤੁਸੀਂ ਥੋੜੀ ਦੇਰ ਪਾਓ, 15 ਮਿੰਟ ਪਾਓ, ਫਿਰ ਅਗਲੇ ਦਿਨ ਉਹਦੇ ਬਾਅਦ ਪੈਰ ਦਾ ਮੁਆਇਨਾ ਕਰੋ ਕਿ ਕਿਧਰੇ ਕੋਈ ਦਬਾਅ ਸ਼ਬਾਅ ਤੇ ਨਹੀਂ ਆ ਰਿਹਾ। ਕਿਉਂਕਿ ਸਾਨੂੰ ਦੇਖ ਲਓ, ਤੁਸੀਂ ਜੂਤਾ ਤੰਗ ਹੁੰਦਾ ਤੇ ਅਸੀਂ 2 ਮਿੰਟ ਵਿੱਚ ਕਹਿ ਦਿੰਦੇ ਓਹ ਇਹ ਤੇ ਮੈਂ ਸਾਨੂੰ ਕੱਟ ਰਿਹਾ, ਇਹ ਨਹੀਂ ਪਾ ਸਕਦੇ ਅਸੀਂ। ਸ਼ੂਗਰ ਦੇ ਮਰੀਜ਼ ਨੂੰ ਪਤਾ ਨਹੀਂ ਲੱਗਦਾ ਤੇ ਉਹ ਹੀ ਤੰਗ ਜੂਤਾ ਪਾ ਕੇ ਫਿਰੇਗਾ ਔਰ ਉੱਥੇ ਦਬਾਅ ਨਾਲ ਜ਼ਖਮ ਬਣੇਗਾ। ਤੇ ਇਹ ਬੜਾ ਜ਼ਰੂਰੀ ਹੈ ਕਿ ਮਰੀਜ਼ ਨਵਾਂ ਜੂਤਾ ਜਿਹੜਾ ਹੈ ਨਾ ਉਹ ਥੋੜੀ ਦੇਰ ਬਾਅਦ ਪਾਏ ਤੇ ਪਹਿਨ ਕੇ ਵੇਖੇ ਤੇ ਜੂਤਾ ਜਿਹੜਾ ਹੈ ਉਹ ਖੁੱਲਾ ਹੋਏ, ਪੈਰ ਜਿਹੜਾ ਹੈ ਨਾ ਉਹਦੇ ਵਿੱਚ ਫਿੱਟ ਨਾ ਹੋਏ ਤੇ ਅੱਗੋਂ ਚੋਂਚ ਵਾਲਾ ਜੂਤਾ ਨਾ ਹੋਏ।
ਠੀਕ ਹੈ ਨਾ, ਕੋਈ ਚੌੜਾ ਜੂਤਾ ਹੋਏ ਤੇ ਪੈਰ ਜਿਹੜਾ ਹੈ ਨਾ ਉਹਦੇ ਵਿੱਚ ਇਤਨਾ ਹੋਏ ਜਗ੍ਹਾ ਸਪੇਸ ਹੋਏ, ਉੱਤੇ ਵੀ ਥੱਲੇ ਵੀ ਅੱਗੇ ਵੀ ਕਿ ਜੀ ਪੈਰ ਜਿਹੜਾ ਹੈ ਉਹ ਖੁੱਲਾ ਉਹਦੇ ਵਿੱਚ ਆਏ, ਇਹ ਬੜਾ ਜ਼ਰੂਰੀ ਹੈ। ਇਹਦੇ ਨਾਲ ਫੁੱਟ ਕੇਅਰ ਜਿਹੜੀ ਹੈ, ਖਾਸ ਕਿਸਮ ਦੇ ਜੂਤੇ ਵੀ ਅਸੀਂ ਬਾਜ਼ੂਕਾਤ ਬਣਵਾਉਂਦੇ ਹਾਂ। ਬਹੁਤ ਸਾਰੇ ਲੋਕ ਸਾਡੇ ਕੋਲ ਆਉਂਦੇ ਨੇ ਜਿਨ੍ਹਾਂ ਦੇ ਜ਼ਖਮ ਬਣੇ ਹੁੰਦੇ ਨੇ, ਜਾਂ ਜਿਨ੍ਹਾਂ ਦੇ ਪ੍ਰੈਸ਼ਰ ਨਹੀਂ ਅਸੀਂ ਪਾਣਾ ਹੁੰਦਾ, ਜਾਂ ਜਿਨ੍ਹਾਂ ਦੀ ਕੋਈ ਇੱਕ ਹਿੱਸਾ ਜਿਹੜਾ ਹੈ ਉਹ ਖਰਾਬ ਹੋ ਗਿਆ ਹੁੰਦਾ ਤੇ ਉਹ ਕੱਟ ਗਿਆ ਹੁੰਦਾ, ਤੇ ਫਿਰ ਉਹਨਾਂ ਦੇ ਵਾਸਤੇ ਫਿਰ ਖਾਸ ਕਿਸਮ ਦੇ ਜੂਤੇ ਬਣਦੇ ਨੇ, ਕਿਉਂਕਿ ਪੈਰ ਦਾ ਜਿਹੜਾ ਇੱਕ ਖਾਸ ਸਟਰਕਚਰ ਹੈ ਉਹ ਚੇਂਜ ਹੋ ਚੁੱਕਾ ਹੁੰਦਾ, ਬਦਲ ਚੁੱਕਾ ਹੁੰਦਾ। ਉਹਦੇ ਨਾਲ ਇਹ ਵੇ ਕਿ ਜੀ ਨੰਗੇ ਪਾਉ ਨਹੀਂ ਫਿਰਨਾ ਸ਼ੂਗਰ ਦੇ ਮਰੀਜ਼ ਨੇ। ਘਰ ਕੋਈ ਛੋਟਾ ਮੋਟਾ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ, ਕੋਈ ਸੂਈ ਹੁੰਦੀ ਹੈ, ਕੋਈ ਨੇਲ ਹੁੰਦੀ ਹੈ, ਕਿਤੇ ਪੈਰ ਨੂੰ ਠੋਕਰ ਲੱਗਦੀ ਹੈ, ਚੋਟ ਲੱਗ ਜਾਂਦੀ ਹੈ, ਤੇ ਫਿਰ ਨੰਗੇ ਪੈਰ ਅਸੀਂ ਮਰੀਜ਼ਾਂ ਨੂੰ ਮਨਾ ਕਰਨੇ ਆ। ਤੀਜਾ ਇਹ ਵੇ ਕਿ ਤੁਸੀਂ ਅੰਧੇਰੇ ਵਿੱਚ ਜਿਹੜਾ ਹੈ ਨਾ ਨੰਗੇ ਪੈਰ ਨਾ ਚਲੋ, ਕਿਉਂਕਿ ਅੰਧੇਰੇ ਵਿੱਚ ਵੀ ਕੋਈ ਚੀਜ਼ ਸਾਨੂੰ ਲੱਗ ਸਕਦੀ ਹੈ। ਨਾਖੂਨ ਜਿਹੜੇ ਨੇ ਉਹ ਚੌੜਾਈ ਦੇ ਕੱਟਨੇ ਨੇ, ਗੋਲ ਨਹੀਂ ਕੱਟਨੇ। ਤੇ ਸ਼ੂਗਰ ਦੇ ਮਰੀਜ਼ ਦੀ ਅਗਰ ਨਜ਼ਰ ਠੀਕ ਨਹੀਂ ਹੈ ਤੇ ਆਪੇ ਨਾਖੂਨ ਨਾ ਕੱਟੇ, ਕਿਉਂਕਿ ਉਹ ਕੱਟ ਲਾ ਲਏਗਾ ਤੇ ਫਿਰ ਬਾਅਦ ਵਿੱਚ ਸਾਨੂੰ ਬੜੀ ਮੁਸ਼ਕਿਲ ਹੋ ਜਾਂਦੀ ਹੈ। ਇਸੇ ਤਰ੍ਹਾਂ ਸ਼ੂਗਰ ਦੇ ਮਰੀਜ਼ਾਂ ਵਿੱਚ ਉਂਗਲੀਆਂ ਦੇ ਦਰਮਿਆਨ ਜਿਹੜੀ ਅਕਸਰ ਔਕਾਤ ਫੰਗਲ ਇਨਫੈਕਸ਼ਨ ਹੋ ਜਾਂਦੀ ਹੈ, ਉਹਨੂੰ ਕਹਿੰਦੇ ਨੇ ਐਥਲੀਟਸ ਫੁੱਟ। ਤੇ ਉਹਦਾ ਵੀ ਇਲਾਜ ਦੇ ਇਲਾਵਾ ਅਸੀਂ ਮਰੀਜ਼ਾਂ ਨੂੰ ਕਹਿੰਦੇ ਆ ਕਿ ਸਾਡੇ ਮਰੀਜ਼ ਜਦੋਂ ਵਜ਼ੂ ਕਰਦੇ ਨੇ ਤੇ ਗਿੱਲੇ ਪੈਰਾਂ ਤੇ ਜੁਰਾਬਾਂ ਚੜਾ ਲੈਂਦੇ ਨੇ ਜਾਂ ਜੁੱਤੇ ਪਾ ਲੈਂਦੇ ਨੇ, ਤੇ ਇਸ ਚੀਜ਼ ਨੂੰ ਅਸੀਂ ਬਹੁਤ ਮਨਾ ਕਰਨੇ ਆ। ਤੁਸੀਂ ਪਹਿਲਾਂ ਪੈਰਾਂ ਨੂੰ ਤੌਲੀਏ ਨਾਲ ਖੁਸ਼ਕ ਕਰੋ, ਲੇਕਿਨ ਉਂਗਲੀਆਂ ਦੇ ਦਰਮਿਆਨ ਜਿਹੜੀ ਜਗ੍ਹਾ ਉਹਨੂੰ ਟਿਸ਼ੂ ਪੇਪਰ ਨਾਲ ਡਰਾਈ ਕਰੋ, ਤਾਂ ਕਿ ਉਹਦੇ ਵਿੱਚ ਬਿਲਕੁਲ ਜਿਹੜਾ ਹੈ ਨਾ ਮੋਇਸਚਰ ਨਾ ਹੋਏ, ਠੀਕ ਹੈ ਨਾ। ਤੇ ਫਿਰ ਤੁਸੀਂ ਥੋੜੀ ਦੇਰ ਬਾਅਦ ਜਦੋਂ ਪੈਰ ਖੁਸ਼ਕ ਹੋ ਜਾਏ ਫਿਰ ਤੁਸੀਂ ਜੁਰਾਬਾਂ ਜਾਂ ਜੁੱਤੇ ਪਹਿਨੋ। ਇਸ ਤਰ੍ਹਾਂ ਦੀ ਬਹੁਤ ਸਾਰੀ ਹੋਰ ਵੀ ਇਹਤਿਆਤ ਹੈ ਜਿਹੜੀ ਅਸੀਂ ਮਰੀਜ਼ਾਂ ਨੂੰ ਦੱਸਨੇ ਆ, ਖਾਸ ਤੌਰ ਤੇ ਫੁੱਟ ਐਟ ਰਿਸਕ ਵਾਲੇ ਮਰੀਜ਼ਾਂ ਨੂੰ। ਠੀਕ, ਅੱਛਾ ਡਾਕਟਰ ਸਾਹਿਬ, ਤੁਸੀਂ ਜੁੱਤਿਆਂ ਦਾ ਜ਼ਿਕਰ ਹੋ ਰਿਹਾ ਸੀ ਤੇ ਸਾਨੂੰ ਬਹੁਤ ਸਾਰੇ ਲੋਕੀ ਮੈਸੇਜ ਕਰ ਰਹੇ ਨੇ, ਅਸੀਂ ਉਹਨਾਂ ਦੇ ਮੈਸੇਜ ਪੜਾਂਗੇ, ਜਿਹੜੇ ਉਹਨਾਂ ਦੇ ਸਵਾਲਾਤ ਨੇ ਉਹ ਤੁਹਾਡੀ ਖਿਦਮਤ 'ਚ ਰੱਖਾਂਗੇ। ਅਫਜ਼ਲ ਸਾਹਿਬ ਨੇ ਸਾਨੂੰ ਮੈਸੇਜ ਕੀਤਾ ਆਰੇ ਬਾਜ਼ਾਰ ਤੋਂ, ਉਹ ਕਹਿੰਦੇ ਨੇ ਕਿ ਮੈਂ ਬੰਦ ਜੁੱਤੀ ਪਾਣਾ ਤੇ ਪਸੀਨਾ ਬੜਾ ਆਉਂਦਾ ਪੈਰਾਂ ਤੇ। ਅੱਛਾ, ਇਹਦੀ ਕੀ ਵਜ੍ਹਾ? ਦੇਖੇ, ਦੋ ਵਜ੍ਹਾ ਹੁੰਦੀਆਂ ਨੇ। ਅਗਰ ਉਹ ਸ਼ੂਗਰ ਦੇ ਮਰੀਜ਼ ਨਹੀਂ ਨੇ ਜਾਂ ਸ਼ੂਗਰ ਦੇ ਮਰੀਜ਼ ਹਨ ਵੀ, ਤੇ ਖਾਸ ਤੌਰ ਤੇ ਜਿਹੜਾ ਪੈਰਾਂ ਤੇ ਹੱਥਾਂ ਤੇ ਪਸੀਨਾ ਆਉਂਦਾ ਇਹ ਜਿਲਦ ਦਾ ਮਸਲਾ ਹੁੰਦਾ ਹੈ, ਠੀਕ ਹੈ ਨਾ। ਤੁਹਾਡੇ ਜਿਲਦ ਦੇ ਜਿਹੜੇ ਗਲੈਂਡ ਨੇ ਜਿਹੜੇ ਕਿ ਪਸੀਨਾ ਬਣਾਉਂਦੇ ਨੇ, ਉਹ ਬਾਅਦ ਲੋਕਾਂ ਵਿੱਚ ਓਵਰ ਐਕਟਿਵ ਹੋ ਜਾਂਦੇ ਨੇ, ਤੇ ਉਹਦੇ ਵਾਸਤੇ ਅਸੀਂ ਇੱਕ ਖਾਸ ਕਿਸਮ ਦਾ ਮਰਮ ਹੁੰਦਾ ਐਲੂਮੀਨੀਅਮ ਕਲੋਰਾਈਡ ਕਹਿੰਦੇ ਉਹਨੂੰ, ਉਹ ਬਣਵਾਉਂਦੇ ਆ 20%, ਤੇ ਉਹ ਮਰੀਜ਼ ਜਿਹੜਾ ਹੈ ਨਾ ਉਹ ਲਾਉਂਦਾ ਹੈ। ਦੂਜਾ ਇਹ ਵੇ ਕਿ ਮਰੀਜ਼ ਇਸ ਤਰ੍ਹਾਂ ਦੇ ਜਿਹੜੇ ਉਹਦੇ ਨਾਲ ਕਾਫੀ ਫਰਕ ਪੈ ਜਾਂਦਾ ਹੈ, ਲੇਕਿਨ ਅਸੀਂ ਖਾਸ ਤੌਰ ਤੇ ਇਹ ਕਹਿੰਦੇ ਆ ਕਿ ਤੁਸੀਂ ਬੰਦ ਜੁੱਤੇ ਦੀ ਬਜਾਏ ਸੈਂਡਲ ਪਾਓ, ਠੀਕ ਹੈ ਨਾ। ਅੱਛਾ, ਉਹਨਾਂ ਨੇ ਕੁਝ ਇਹ ਵੀ ਜ਼ਿਕਰ ਕੀਤਾ ਸੀ ਕਿ ਉਂਗਲੀਆਂ ਦੇ ਦਰਮਿਆਨ ਵਿੱਚ ਇਨਫੈਕਸ਼ਨ, ਉਹ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਐਥਲੀਟ ਫੁੱਟਸ ਫੰਗਲ ਇਨਫੈਕਸ਼ਨ ਹੋ ਜਾਂਦੀ ਹੈ, ਉਹਦੇ ਵਾਸਤੇ ਵੀ ਖਾਸ ਕਿਸਮ ਦੇ ਐਂਟੀ ਫੰਗਲ ਬਹੁਤ ਸਾਰੇ ਟਿਊਬਾਂ ਮਿਲਦੀਆਂ ਨੇ, ਉਹ ਅਸੀਂ ਲਾਣੇ ਆ। ਲੇਕਿਨ ਮੈਂ ਜਿਸ ਤਰ੍ਹਾਂ ਕੀਤਾ ਨਾ ਕਿ ਪੈਰ ਨੂੰ ਖੁਸ਼ਕ ਕਰਨਾ ਉਂਗਲੀਆਂ ਦੇ ਦਰਮਿਆਨ ਵਿੱਚ ਟਿਸ਼ੂ ਪੇਪਰ ਨਾਲ, ਉਹ ਕਰਨਾ ਜ਼ਰੂਰੀ ਹੈ। ਤੇ ਅਗਰ ਜ਼ਾਬਿਤਸ ਦੇ ਮਰੀਜ਼ ਨੇ, ਤੇ ਇੱਕ ਗੱਲ ਜੀ ਮੈਂ ਆਪਣੇ ਮਰੀਜ਼ਾਂ ਨੂੰ ਸਮਝਾ ਦੇਣੀ ਹੈ ਕਿ ਅਗਰ ਤੁਹਾਡੀ ਸ਼ੂਗਰ 300-400 ਹੈ, ਤੁਸੀਂ ਇਹ ਨਹੀਂ ਕਰ ਸਕਦੇ ਕਿ ਸਾਡਾ ਜਿਸਮ ਠੀਕ ਰਹੇ, ਠੀਕ ਹੈ ਨਾ। ਸ਼ੂਗਰ 300-400 ਹੈ ਤੇ ਜਿਸਮ ਠੀਕ ਨਹੀਂ ਰਹੇਗਾ, ਤੁਹਾਨੂੰ ਆਪਣੀ ਸ਼ੂਗਰ ਠੀਕ ਕਰਨੀ ਪਏਗੀ, ਤੇ ਇਹ ਸਾਰੇ ਮਸਲੇ ਆਪੋ ਆਪ ਸੈਟਲ ਹੋ ਜਾਂਦੇ ਨੇ। ਅਗਰ ਹੋ ਵੀ ਜਾਣ ਤੇ ਬੜੀ ਆਸਾਨੀ ਨਾਲ ਇਲਾਜ ਹੋ ਜਾਂਦਾ ਹੈ। ਸ਼ੂਗਰ ਠੀਕ ਨਹੀਂ ਹੈ ਤੇ ਜੀ ਫਿਰ ਮਸਲੇ ਵਿਗੜਦੇ ਵੀ ਨੇ ਤੇ ਇਲਾਜ ਵੀ ਫਿਰ ਅਸਰ ਨਹੀਂ ਕਰਦਾ। ਸਹੀ। ਡਾਕਟਰ ਸਾਹਿਬ, ਸਾਨੂੰ ਬਹੁਤ ਸਾਰੇ ਲੋਕੀ ਮੈਸੇਜ ਕਰ ਰਹੇ ਨੇ ਤੇ ਅਸੀਂ ਉਹਨਾਂ ਦੇ ਮੈਸੇਜ ਵੀ ਪੜ੍ਹਨੇ ਆ। ਸਾਨੂੰ ਮੈਸੇਜ ਕੀਤਾ ਜੀ ਰਾਣਾ ਨਾਸਿਰ ਸਾਹਿਬ ਨੇ ਮਾਰਗਲਾ ਟਾਊਨ ਇਸਲਾਮਾਬਾਦ ਤੋਂ, ਕਹਿੰਦੇ ਨੇ ਜੀ ਡਾਕਟਰ ਸਾਹਿਬਾ ਕਿਆ 6.3 BAC ਲੈਵਲ ਠੀਕ ਹੈ? ਜੀ, HbA1c ਦੀ ਗੱਲ ਕਰਨੇ ਆ। ਅੱਛਾ, ਇੱਕ ਮੈਂ ਜਦੋਂ ਮੈਂ ਸ਼ੁਰੂ ਕੀਤਾ ਸੀ ਸ਼ੂਗਰ ਦਾ ਕਲੀਨਿਕ ਤੇ ਲੋਕਾਂ ਨੂੰ ਇਸ ਟੈਸਟ ਦੇ ਬਾਰੇ ਵਿੱਚ ਇੰਨੀ ਨਹੀਂ ਸੀ, ਹੁਣ ਮੈਂ ਦੇਖਿਆ ਲੋਕਾਂ ਨੂੰ ਇਸ ਟੈਸਟ ਦੀ ਬੜੀ ਅਵੇਅਰਨੈਸ ਹੋ ਗਈ ਹੈ, ਤੇ ਇਹ ਬੜੀ ਖੁਸ਼ਾਈਨ ਗੱਲ ਹੈ। HbA1c ਜੀ ਇੱਕ ਹੋਰ ਕ੍ਰਾਈਟੀਰੀਆ ਹੈ ਜਿਹੜਾ ਸ਼ੂਗਰ ਦੀ ਤਸ਼ਖੀਸ ਵਾਸਤੇ ਇਸਤੇਮਾਲ ਹੁੰਦਾ ਹੈ, ਠੀਕ ਹੈ ਨਾ। ਤੇ ਇਹਦੇ ਵਿੱਚ ਇਹ ਵੇ ਕਿ ਦੁਨੀਆ ਵਿੱਚ 5.7 ਤੋਂ ਘੱਟ ਜਿਹੜਾ HbA1c ਹੈ ਉਹ ਨਾਰਮਲ ਹੈ। 5.7 ਸੇ 6.4 ਤੱਕ ਜਿਹੜਾ ਇਹ ਟੈਸਟ ਹੈ, ਇਹ ਅਗਰ ਹੋਏ ਤੇ ਅਸੀਂ ਕਹਿੰਦੇ ਆ ਕਿ ਜੀ ਹੁਣ ਜੀ ਤੁਸੀਂ ਪ੍ਰੀ ਡਾਇਬੀਟੀਜ਼ ਸਟੇਜ ਵਿੱਚ ਹੋ। 6.4 ਤੋਂ ਉਸੇ ਕਹਿੰਦੇ ਆ ਕਿ ਜੀ ਹੁਣ ਤੁਹਾਨੂੰ ਜ਼ਾਬਿਤਸ ਹੋ ਗਈ ਹੈ। ਜਿਹੜੇ ਲੋਕ ਪ੍ਰੀ ਡਾਇਬੀਟੀਜ਼ ਵਿੱਚ ਆਉਂਦੇ ਨੇ ਉਹਨਾਂ ਨੂੰ ਅੱਲਾ ਇੱਕ ਮੌਕਾ ਦੇ ਰਿਹਾ ਹੁੰਦਾ ਹੈ, ਇੱਕ ਵਾਰਨਿੰਗ ਸਾਈਨ ਹੁੰਦਾ ਹੈ ਕਿ ਜੀ ਤੁਸੀਂ ਜ਼ਾਬਿਤਸ ਹੋਣੇ ਵਾਲੀ ਹੈ ਤੇ ਤੁਸੀਂ ਥੋੜੀ ਇਹਤਿਆਤ ਕਰ ਲਓ। ਇਹਤਿਆਤ ਜੀ ਉਹੀ ਹੈ ਕਿ ਖੁਰਾਕ ਦੇ ਬਾਰੇ ਵਿੱਚ ਕੁਝ ਖਾਸ ਨਸ਼ਾਸਤਾ ਕਮ ਕਰੋ ਤੇ ਵਾਕ ਕਰਨੀ ਸ਼ੁਰੂ ਕਰੋ, ਮਿੱਠੀਆਂ ਚੀਜ਼ਾਂ ਖਾਣੀਆਂ ਬੰਦ ਕਰੋ, ਠੀਕ ਹੈ ਨਾ। ਚਾਵਲ ਦਾ ਇਸਤੇਮਾਲ, ਫਲਾਂ ਦਾ ਇਸਤੇਮਾਲ ਘੱਟ ਕਰੋ, ਇੱਕ ਰੋਜ਼ਾਨਾ ਦਾ ਇੱਕ ਫਲ ਲਓ, ਬਸ ਇਹ ਤੋਂ ਜ਼ਿਆਦਾ ਨਾ ਲਓ।
ਇਸ ਤਰ੍ਹਾਂ ਦੀ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਇਹਤਿਆਤ ਦਾ ਸਭ ਤੋਂ ਜਿਹੜਾ ਇਫੈਕਟਿਵ ਚੀਜ਼ ਹੈ ਨਾ, ਜਿਹੜੀ ਕਿ ਜ਼ਿਆਬੀਤਸ ਦੇ ਮਰੀਜ਼ਾਂ ਵਿੱਚ ਹੁੰਦੀ ਹੈ, ਉਹ ਹੈ ਜੀ ਵਜ਼ਨ ਘੱਟ ਕਰਨਾ। ਅਗਰ ਤੁਸੀਂ ਆਪਣੇ ਵਜ਼ਨ ਦਾ 7 ਤੋਂ 10% ਇਸ ਸਟੇਜ ਵਿੱਚ ਘੱਟ ਕਰ ਲੋਗੇ ਤਾਂ ਬਹੁਤ ਜ਼ਿਆਦਾ ਚਾਂਸ ਹੈ ਕਿ ਸ਼ੂਗਰ ਜਿਹੜੀ ਹੈ ਉਹ ਵਾਪਸ ਨਾਰਮਲ ਹੱਦ ਤੱਕ ਆ ਜਾਏਗੀ। ਤੇ ਡਾਕਟਰ ਇਹ ਜਿਨ੍ਹਾਂ ਨੇ ਸਵਾਲ ਪੁੱਛਿਆ, ਇਹਨਾਂ ਦੀ ਪ੍ਰੀ ਡਾਇਬੀਟੀਜ਼ ਦੀ ਹੈ, ਲੇਕਿਨ ਇਹ ਬਿਲਕੁਲ ਬਾਰਡਰ ਲਾਈਨ ਹੈ। 6.3 ਔਰ 6.4 ਵਿੱਚ ਜੀ ਜ਼ਿਆਦਾ ਫਰਕ ਨਹੀਂ ਹੈ। ਸਹੀ। ਜਿਹੜੇ ਲੋਕ ਵਰਜ਼ਿਸ਼ ਨਹੀਂ ਕਰ ਸਕਦੇ ਉਹਨਾਂ ਦੇ ਕੋ ਫਿਰ ਅਸੀਂ ਇਸ ਸਟੇਜ ਤੇ ਬਾਜ਼ੂ ਕਾ ਦਵਾਈ ਵੀ ਦਿੰਦੇ ਆ। ਫਿਰ ਇਸ ਸਟੇਜ ਤੇ ਇੱਕ ਜਿਹੜਾ ਹੁਣ ਲੇਟੈਸਟ ਟ੍ਰੀਟਮੈਂਟ ਆਇਆ ਹੈ, ਉਹ ਇੱਕ ਖਾਸ ਕਿਸਮ ਦਾ ਇੰਜੈਕਸ਼ਨ ਹੈ ਜਿਹੜਾ ਹਫਤੇ ਵਿੱਚ ਇੱਕ ਵਾਰੀ ਲੱਗਦਾ ਹੈ, ਜਿਹੜਾ ਵਜ਼ਨ ਵੀ ਘਟਾਉਂਦਾ ਹੈ ਤੇ ਸ਼ੂਗਰ ਵੀ ਕੰਟਰੋਲ ਕਰਦਾ ਹੈ। ਮਰੀਜ਼ ਦੀ ਜੀ ਸ਼ੂਗਰ ਦੇ ਮਰੀਜ਼ ਦਾ ਇਲਾਜ ਇਸ ਤਰ੍ਹਾਂ ਨਹੀਂ ਹੈ ਕਿ ਹਰ ਬੰਦੇ ਨੂੰ ਇੱਕੋ ਹੀ ਇਲਾਜ ਫਿੱਟ ਹੋਏਗਾ, ਨਹੀਂ। ਹਰ ਬੰਦੇ ਦੀ ਜਿਹੜੀ ਜ਼ਿੰਦਗੀ ਦਾ ਲਾਈਫ ਸਟਾਈਲ ਹੈ, ਖੁਰਾਕ ਦਾ ਤਰੀਕਾਕਾਰ ਹੈ, ਵਜ਼ਨ ਹੈ, ਉਹਦੇ ਨਾਲ ਉਹਦੀ ਬਿਮਾਰੀਆਂ ਦਿਲ ਦੀਆਂ ਜਾਂ ਕੋਈ ਹੋਰ ਨੇ, ਉਹਦੇ ਮੁਤਾਬਿਕ ਫਿਰ ਅਸੀਂ ਇਲਾਜ ਸੈੱਟ ਕਰਨੇ ਆ। ਹਰ ਮਰੀਜ਼ ਦਾ ਇਲਾਜ ਥੋੜਾ ਮੁਖਤਲਿਫ ਹੁੰਦਾ ਹੈ। ਠੀਕ। ਜਿਨ੍ਹਾਂ ਨੇ ਹੁਣੇ ਰੇਡੀਓ ਟਿਊਨ ਕੀਤਾ, ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਸਾਡੇ ਨਾਲ ਮੌਜੂਦ ਨੇ ਡਾਕਟਰ ਮਦੀਹਾ ਨਜ਼ਰ ਸਾਹਿਬਾ, ਡਾਇਬਟੋਲੋਜਿਸਟ ਨੇ ਤੇ ਮੈਡੀਕਲ ਸਪੈਸ਼ਲਿਸਟ ਨੇ। ਤੁਸੀਂ ਇਹਨਾਂ ਕੋਲ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿ ਇੰਨੇ ਲੰਮੇ ਅਰਸੇ ਤੋਂ ਤੁਸੀਂ ਫੁੱਟ ਕੇਅਰ ਸ਼ੋਬੇ ਦੇ ਸਰਬਰਾਹ ਦੇ ਤੌਰ ਤੇ ਫਰਾਇਜ਼ ਅੰਜਾਮ ਦੇ ਰਹੇ ਹੋ ਤੇ ਆਪਣੇ ਇਸ ਤਜਰਬੇ 'ਚ ਤੁਸੀਂ ਕਈ ਕਿਸਮ ਦੇ ਅਨੋਖੇ ਕੇਸਿਸ ਵੇਖੇ ਹੋਣਗੇ, ਉਹਨਾਂ ਦਾ ਜ਼ਰਾ ਸਾਨੂੰ ਤਜ਼ਕਰਾ ਕਰੋ। ਦੇਖੋ, ਮੈਂ ਤੁਹਾਨੂੰ ਦੱਸਾਂ ਕਿ ਮੇਰੇ ਕੋਲ ਮੈਂ ਤਾਂ ਸਮਝ ਰਹੀ ਥਾ ਕਿ ਜੀ ਜ਼ਖਮ ਆਉਂਦੇ ਨੇ ਤੇ ਅਸੀਂ ਇਨਫੈਕਸ਼ਨ ਟ੍ਰੀਟ ਕਰਾਂਗੇ, ਠੀਕ ਹੋ ਜਾਣਗੇ, ਲੇਕਿਨ ਮੇਰੇ ਕੋਲ ਫਿਰ ਇਸ ਤਰ੍ਹਾਂ ਦੇ ਮਰੀਜ਼ ਆਏ ਨੇ ਜਿਨ੍ਹਾਂ ਦਾ ਜ਼ਖਮ 2 ਸਾਲਾਂ ਤੋਂ ਉੱਥੇ ਹੀ ਸੀ। ਪੈਰ ਦੇ ਉੱਤੇ ਅਲਸਰ ਹੈ, 2 ਸਾਲ ਹੋ ਗਏ ਨੇ ਜੀ, ਉਹ ਹੀਲ ਨਹੀਂ ਕਰ ਰਿਹਾ। ਇसी तरह 1-2 ਜ਼ਖਮ ਹੋਰ ਵੀ ਸਨ ਜਿਹੜੇ ਕਿ ਇੰਨੇ ਬਿਲਕੁਲ ਇੱਕ ਬਜ਼ੁਰਗ ਆਏ ਸਨ ਜਿਨ੍ਹਾਂ ਦੇ ਦੋਵੇਂ ਪੈਰਾਂ ਤੇ ਥੱਲੇ ਜ਼ਖਮ ਸਨ। ਉਹ ਕਹਿੰਦੇ ਨੇ ਜੀ ਮੈਂ ਅਮਰੀਕਾ ਗਿਆ ਸਾਂ, ਉਹਨਾਂ ਨੇ ਕਿਹਾ ਜੀ ਮੈਂ ਕੱਟ ਦੇਵਾਂਗਾ, ਤੇ ਫਿਰ ਉਹ ਵਾਪਸ ਆ ਗਏ ਤੇ ਉਹ ਰਿਲੈਕਟੈਂਟ ਸਨ। ਤੇ ਉਹਨਾਂ ਦੇ ਜਦੋਂ ਅਸੀਂ ਇੱਕ ਖਾਸ ਕਿਸਮ ਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਡਾਇਬੈਟਿਕ ਫੁੱਟ ਕੇਅਰ ਵਿੱਚ ਹੁਣ ਖਾਸ ਕਿਸਮ ਦਾ ਜਿਹੜਾ ਇਲਾਜ ਸ਼ੁਰੂ ਕੀਤਾ ਹੈ, ਉਹ ਹੈ ਪਲੇਟਲੈਟ ਰਿਚ ਪਲਾਜ਼ਮਾ ਥੈਰੇਪੀ, ਜਿਸ ਕੋ PRP ਕਹਿੰਦੇ ਨੇ। ਮਰੀਜ਼ ਦੇ ਆਪਣੇ ਖੂਨ ਜਿਤਨਾ ਕਿ ਤੁਸੀਂ ਬਲੱਡ ਸੈਂਪਲ ਦਿੰਦੇ ਹੋ, ਉਹਨਾਂ ਖੂਨ ਅਸੀਂ ਲੈ ਕੇ ਤੇ ਉਹਦੇ ਵਿੱਚੋਂ ਮਰਹਮ ਬਣਾਉਂਦੇ ਆ ਔਰ ਉਹੀ ਮਰਹਮ ਮਰੀਜ਼ ਦੇ ਜ਼ਖਮ ਵਿੱਚ ਲਾਉਂਦੇ ਆ ਤੇ ਉਹਦੇ ਨਾਲ ਫਿਰ ਅਸੀਂ ਰਿਕਵਰੀ ਕਰਨੇ ਆ। ਇਹ ਜਿਹੜਾ ਮੈਂ ਇਹ ਨਹੀਂ ਕਹਾਂਗੀ ਕਿ ਇੱਕੋ ਵਾਰੀ ਜ਼ਖਮ ਠੀਕ ਹੋ ਜਾਂਦਾ ਹੈ, ਲੇਕਿਨ ਅਸੀਂ ਜਿਹੜੇ ਜਿਨ੍ਹਾਂ ਦੇ 2 ਸਾਲ ਤੋਂ ਜ਼ਖਮ ਠੀਕ ਨਹੀਂ ਹੋਏ ਸਨ, ਤੇ ਜਦੋਂ ਅਸੀਂ ਸ਼ੁਰੂ ਕੀਤਾ ਤੇ ਅਸੀਂ ਜਿਹੜੀ ਬਿਹਤਰੀ ਵੇਖੀ ਕਿ ਅਲਟੀਮੇਟਲੀ ਕੁਝ ਸੈਸ਼ਨਸ ਦੇ ਬਾਅਦ ਉਹਨਾਂ ਦਾ ਜ਼ਖਮ ਬੰਦ ਹੋ ਗਿਆ। ਸਹੀ। ਤੇ ਇਹ ਬੜਾ ਹੀ ਜਿਹੜਾ ਹੈ ਨਾ, ਇੱਕ ਅਸੀਂ ਕਹਿੰਦੇ ਆ ਕਿ ਬੜਾ ਹੀ ਅਮੇਜ਼ਿੰਗ ਕਿਸਮ ਦਾ ਰਿਜ਼ਲਟ ਸੀ। ਇਹ ਖਾਸ ਕਿਸਮ ਦੀ ਥੈਰੇਪੀ ਜਿਹੜੀ ਹੈ ਹਫਤੇ ਵਿੱਚ ਅਸੀਂ ਇੱਕ ਵਾਰੀ ਦੇਨੇ ਆ, ਲੇਕਿਨ ਉਹਦੇ ਨਾਲ ਮਰੀਜ਼ ਦਾ ਇਨਫੈਕਸ਼ਨ ਦਾ ਕੰਟਰੋਲ, ਸ਼ੂਗਰ ਦਾ ਕੰਟਰੋਲ, ਇਸ ਆਫਲੋਡਿੰਗ ਮਤਲਬ ਵਜ਼ਨ ਨਹੀਂ ਪਾਣਾ ਉਹ ਜ਼ਖਮ ਦੇ ਹਿੱਸੇ ਵਿੱਚ, ਇਹ ਸਾਰਾ ਕੁਝ ਅਸੀਂ ਕਰਾਨੇ ਆ। ਮਤਲਬ ਮੈਂ ਆਪਣੇ ਸੈਂਟਰ ਵਿੱਚ ਸਭ ਕੁਝ ਕਰਾਨੀ ਆ ਮਰੀਜ਼ਾਂ ਦੀ, ਫਿਰ ਜਾ ਕੇ ਜ਼ਖਮ ਵੀ ਠੀਕ ਹੋ ਜਾਂਦਾ ਹੈ। ਲੇਕਿਨ ਮਰੀਜ਼ਾਂ ਨੂੰ ਅਵੇਅਰਨੈਸ ਅਸੀਂ ਦੇਨੇ ਆ ਕਿ ਜੀ ਪੱਟੀ ਕਿਸ ਤਰ੍ਹਾਂ ਕਰਨੀ ਹੈ, ਘਰ ਕੇਅਰ ਕਿਸ ਤਰ੍ਹਾਂ ਕਰਨੀ ਹੈ, ਤੇ ਫਿਰ ਜਦੋਂ ਉਹ ਸਾਰਾ ਕੁਝ ਕਰਦੇ ਨੇ ਤੇ ਅਲਹਮਦੁਲਿਲਾ ਸਾਨੂੰ ਬੜੇ ਅੱਛੇ ਰਿਜ਼ਲਟ ਮਿਲ ਰਹੇ ਨੇ। ਸਹੀ। ਡਾਕਟਰ ਸਾਹਿਬ ਸਾਨੂੰ ਬਹੁਤ ਸਾਰੇ ਲੋਕੀ ਮੈਸੇਜ ਕਰ ਰਹੇ ਨੇ, ਸਾਨੂੰ ਸਵਾਲ ਕੀਤਾ आयशा जफर हो रहा ने, कहती ने डॉक्टर साहब वेलकम। डॉक्टर साहब ये बताएं कि दुनिया भर और पाकिस्तान में कितने लोग ज़ियाबतीस की बीमारी का शिकार हैं और दुनिया के जदीद तरक्की याफ्ता मुल्कों में भी क्या ये बीमारी पाई जाती है? बिल्कुल सर, जैसे कि मैंने आपको बताया है कि पाकिस्तान इस वक्त तीसरे नंबर, तीजे नंबर ते जी पाकिस्तान इस वेले तीजे नंबर ते वे जी, साडे ਅਸੀਂ ਪਹਿਲਾਂ ਨਹੀਂ ਸਾ ਇਸ ਨੰਬਰ ਤੇ। ਮਤਲਬ ਹੈ ਕਿ ਇਹ ਜੀ ਵਜ੍ਹਾ ਜਿਹੜੀ ਹੈ ਸਾਡਾ ਜ਼ਿੰਦਗੀ ਦੇ ਤੌਰ ਤਰੀਕੇ, ਸਾਡੀ ਖੁਰਾਕ ਇਹ ਬੜੀ ਹੱਦ ਤੱਕ ਬਦਲ ਗਈ ਹੋਈ ਹੈ। ਤੇ ਪਹਿਲਾਂ ਜਿਹੜੇ ਸਨ ਲੋਕੀ, ਪਹਿਲਾਂ ਮੈਂ ਇਹ ਕਹਾਂਗੀ ਕਿ ਕੁਝ ਸਾਲਾਂ ਪਹਿਲਾਂ ਲੋਕੀ ਸ਼ਾਇਦ ਜ਼ਿਆਦਾ ਪੈਦਾ ਚੱਲਦੇ ਸਨ, ਸਾਈਕਲਾਂ ਇਸਤੇਮਾਲ ਕਰਦੇ ਸਨ, ਮੋਟਰਸਾਈਕਲ ਇਸਤੇਮਾਲ, ਸਾਈਕਲ ਵੀ ਜੀ ਇੱਕ ਵਰਜ਼ਿਸ਼ ਹੀ ਹੁੰਦੀ ਹੈ, ਉਹਨੂੰ ਚਲਾਉਣਾ ਇੱਕ ਕੰਮ ਹੁੰਦਾ ਹੈ, ਖਾਸ ਤੌਰ ਤੇ ਜਦੋਂ ਤੁਸੀਂ ਪਹਾੜੀ ਇਲਾਕੇ ਵਿੱਚ ਚਲਾਉਂਦੇ ਹੋ। ਤੇ ਸਾਡੇ ਪਹਾੜੀ ਇਲਾਕੇ ਦੇ ਲੋਕ ਜਿਹੜੇ ਨੇ ਉੱਥੇ ਵੀ ਲੋਕ ਚੱਲਦੇ ਫਿਰਦੇ ਨੇ। ਸਾਡੇ ਜਿੰਨੇ ਸ਼ਹਿਰੀ ਲੋਕ ਨੇ ਹੁਣ ਚੱਲਣਾ ਜਿਹੜਾ ਹੈ ਉਹ ਬਿਲਕੁਲ ਹੀ ਸਾਡੀ ਜ਼ਿੰਦਗੀ ਤੋਂ ਨਿਕਲ ਗਿਆ ਹੋਇਆ ਹੈ। ਲੋਕੀ ਪਹਿਲਾਂ ਸਬਜ਼ੀ ਲੈਣ ਵੀ ਟੁਰ ਕੇ ਜਾਂਦੇ ਸਨ, ਹੁਣ ਜੀ ਗੱਡੀ ਕੱਢੋ ਜਾਂ ਮੋਟਰਸਾਈਕਲ ਕੱਢੋ ਤੇ ਚਲੋ ਜੀ ਜਾ ਕੇ ਲੈ ਆਓ। ਤੇ ਇਹਦੀ ਵਜ੍ਹਾ ਤੋਂ ਤੇ ਕੁਝ ਇਹ ਵੇ ਕਿ ਸਾਡੀ ਖੁਰਾਕ ਵਿੱਚ, ਜੈਸਾ ਕਿ ਮੈਂ ਜ਼ਿਕਰ ਕੀਤਾ ਕਿ ਅਸੀਂ ਛੰਨਾ ਹੋਇਆ ਆਟਾ ਇਸਤੇਮਾਲ ਜ਼ਿਆਦਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸੀਂ ਰੇਸ਼ਾ ਨਹੀਂ ਲੈਂਦੇ। ਰੇਸ਼ਾ ਹੁੰਦਾ ਹੈ ਕੱਚੀ ਸਬਜ਼ੀਆਂ ਵਿੱਚ, ਰੇਸ਼ਾ ਹੁੰਦਾ ਹੈ ਜੀ ਗੰਦਮ ਦੇ ਆਟੇ ਵਿੱਚ, ਜੌ ਵਿੱਚ। ਫਲ ਇੱਕ ਸਾਡੀ ਇੱਕ ਸੋਚ ਇਹ ਵੀ ਹੈ ਕਿ ਫਲ ਜੀ ਜਿੰਨੇ ਮਰਜ਼ੀ ਖਾਓ ਬੜੇ ਫਾਇਦੇਮੰਦ ਨੇ, ਲੇਕਿਨ ਇਸ ਤਰ੍ਹਾਂ ਇਹ ਸੋਚ ਹੁਣ ਗਲਤ ਹੈ, ਕਿਉਂਕਿ ਤੁਸੀਂ ਜ਼ਿਆਦਾ ਫਲ ਖਾਓਗੇ, ਫਲਾਂ ਵਿੱਚ ਸ਼ੂਗਰ ਹੁੰਦੀ ਹੈ, ਤੁਹਾਡੀ ਸ਼ੂਗਰ ਵਧੇਗੀ। ਠੀਕ। ਜ਼ਿੰਦਗੀ ਇੱਕ ਬੈਲੈਂਸ ਦਾ ਨਾਂ ਹੈ, ਇਤਦਾਲ ਦਾ ਨਾਂ ਹੈ ਜੀ। ਤੁਸੀਂ ਜਿਹੜੇ ਹੋਣਾ ਜਿਹੜੀ ਵੀ ਚੀਜ਼ ਖਾਣੀ ਹੈ ਉਹ ਹਿਸਾਬ ਕਿਤਾਬ ਨਾਲ ਖਾਓ ਜੀ, ਠੀਕ ਹੈ ਨਾ, ਤੇ ਫਿਰ ਇਨਸ਼ਾਅੱਲਾ ਮਸਲਾ ਨਹੀਂ ਹੁੰਦਾ। ਸਾਨੂੰ ਇੱਕ ਹੋਰ ਸਾਡੇ ਲਿਸਨਰ ਨੇ, ਉਹਨਾਂ ਨੇ ਇੱਕ ਸਵਾਲ ਪੁੱਛਿਆ। ਉਹ ਕਹਿੰਦੇ ਨੇ ਕਿ अस्सलाम वालेकुम डॉक्टर मदीहा साहिबा,
मेरी दादी को पहले शुगर की बीमारी थी, लेकिन उसकी दवाई खा खा के अब गुर्दों का भी मसला बन गया है। प्लीज आप मशवरा दें, अब हम क्या करें? जी अच्छा, देखिए मैं ਹੁਣ ਇਹ ਦੁਬਾਰਾ ਇਹ ਗੱਲ ਕਰਾਂਗੀ ਕਿ ਸਾਡੇ ਇੱਥੇ ਲੋਕਾਂ ਦਾ ਸੋਚ ਜਿਹੜੀ ਹੈ ਨਾ ਉਹ ਬਦਲਣ ਦੀ ਜ਼ਰੂਰਤ ਹੈ ਜੀ। ਸ਼ੂਗਰ ਦੇ ਦਵਾਈਆਂ, ਇੱਕ ਮੈਂ ਚੀਜ਼ ਲੋਕਾਂ ਨੂੰ ਆਪਣੀ ਕਲੀਅਰ, ਸ਼ੂਗਰ ਦੀ ਦਵਾਈਆਂ ਕਦੀ ਵੀ ਮਰੀਜ਼ ਦੇ ਗੁਰਦੇ ਖਰਾਬ ਨਹੀਂ ਕਰਦੀਆਂ ਜੀ। ਸ਼ੂਗਰ ਦੀ ਦਵਾਈਆਂ ਜਿਹੜੀਆਂ ਨੇ ਉਹ ਕੋਈ ਐਂਟੀਬਾਇਓਟਿਕ ਨਹੀਂ ਨੇ, ਉਹ ਕੋਈ ਦਰਦਾਂ ਦੀਆਂ ਗੋਲੀਆਂ ਨਹੀਂ ਨੇ ਜਿਹੜੀ ਤੁਹਾਡੀ ਗੁਰਦੇ ਦੀਆਂ ਬਲੱਡ ਸਪਲਾਈ ਕੱਟ ਕਰਨਗੀਆਂ ਤੇ ਉਹਨਾਂ ਨੂੰ ਨੁਕਸਾਨ ਦੇਵਾਂਗੀਆਂ ਜੀ। ਸ਼ੂਗਰ ਦੇ ਮਰੀਜ਼ ਨੂੰ ਗੁਰਦੇ ਖਰਾਬ ਹੁੰਦੇ ਨੇ ਜਦੋਂ ਤੁਹਾਡੀ ਸ਼ੂਗਰ ਲੰਬੇ ਅਰਸੇ ਤੱਕ ਉਸ ਰੇਂਜ ਵਿੱਚ ਨਹੀਂ ਆਂਦੀ ਜਿਹੜੀ ਸਾਡੀ ਟਾਰਗੇਟ ਰੇਂਜ ਹੈ। ਜੀ। ਜੈਸੇ ਕਿ ਮੈਂ ਦੱਸਿਆ, ਖਾਣੇ ਦੇ 2 ਘੰਟੇ ਬਾਅਦ 200 ਤੋਂ ਜ਼ਿਆਦਾ ਤੇ ਖਾਲੀ ਪੇਟ 140 ਤੋਂ ਜ਼ਿਆਦਾ। ਅਗਰ ਤੁਹਾਡੀ ਮਰੀਜ਼ ਦੀ ਸ਼ੂਗਰ ਇੰਨੀ ਰਹਿ ਰਹੀ ਹੈ, ਮੇਰੇ ਮਰੀਜ਼ਾਂ ਨੂੰ ਮੈਂ ਇੱਕ ਮਿਸਾਲ ਦੱਸਦੀ ਹਾਂ ਕਿ ਜੀ 500 ਤੇ 200 250 ਸ਼ੂਗਰ ਵਿੱਚ ਫਰਕ ਨਹੀਂ ਹੈ। ਜੀ। 500 ਸ਼ੂਗਰ ਤੁਹਾਨੂੰ ਨੁਕਸਾਨ ਦੇਗੀ 2-3 ਸਾਲਾਂ ਵਿੱਚ ਤੇ 200 250 ਸ਼ੂਗਰ ਤੁਹਾਨੂੰ ਨੁਕਸਾਨ ਦੇਗੀ 7-8 ਸਾਲਾਂ ਵਿੱਚ। ਸਹੀ। ਵਕਤ ਦਾ ਫਰਕ ਹੈ, ਨੁਕਸਾਨ ਫਰਕ ਨਹੀਂ ਹੈ। ਠੀਕ ਹੈ ਨਾ। ਤੇ ਜਦੋਂ ਤੁਹਾਡੀ ਸ਼ੂਗਰ 250-300 ਲੰਬੇ ਅਰਸੇ ਤੱਕ ਚਲੇਗੀ ਤੇ ਫਿਰ ਅਲਟੀਮੇਟਲੀ ਜੀ ਗੁਰਦੇ ਵੀ ਖਰਾਬ ਹੋਣਗੇ ਤੇ ਫਿਰ ਕੋਈ ਨਾ ਕੋਈ ਅਟੈਕ ਵੀ ਹੋਏਗਾ। ਤੇ ਹੁਣ ਜਿਹੜਾ ਜ਼ਰੂਰੀ ਹੈ ਨਾ ਕਿ ਤੁਹਾਡੀ ਸ਼ੂਗਰ ਦਾ ਕੰਟਰੋਲ ਉਹੀ ਹੋਣਾ ਚਾਹੀਦਾ ਜਿਹੜਾ ਅਸੀਂ ਤੁਹਾਨੂੰ ਦੱਸਦੇ ਹਾਂ ਕਿ HbA1c ਤੁਹਾਡਾ 7 ਜਾਂ 7.5 ਤੋਂ ਘੱਟ ਹੋਣਾ ਚਾਹੀਦਾ ਹੈ ਤੇ ਉਹਦੇ ਨਾਲ ਇਹ ਵੇ ਕਿ ਤੁਹਾਡੀ ਸ਼ੂਗਰ ਜਿਹੜੀ ਹੈ ਜੈਸਾ ਕਿ ਮੈਂ ਦੱਸਿਆ ਉਨੀ ਹੋਣੀ ਚਾਹੀਦੀ ਹੈ। ਤੇ ਸ਼ੂਗਰ ਦੇ ਮਰੀਜ਼ਾਂ ਦੀ ਹੁਣ ਜਿਹੜੀ ਲੇਟੈਸਟ ਟ੍ਰੀਟਮੈਂਟ ਆ ਰਹੀ ਹੈ, ਕੁਝ ਖਾਸ ਕਿਸਮ ਦੀ ਦਵਾਈਆਂ ਨੇ ਜਿਹੜੀ ਗੁਰਦਿਆਂ ਦੀ ਬਿਮਾਰੀਆਂ ਨੂੰ ਵਧਣ ਤੋਂ ਰੋਕਦੀਆਂ ਨੇ, ਕੁਝ ਖਾਸ ਕਿਸਮ ਦੇ ਇੰਜੈਕਸ਼ਨ ਨੇ ਜਿਹੜੀ ਗੁਰਦਿਆਂ ਦੀ ਬਿਮਾਰੀਆਂ ਨੂੰ ਵਧਣ ਤੋਂ ਰੋਕਦੀਆਂ ਨੇ ਤੇ ਇਹ ਸਾਰੇ ਇਲਾਜ ਹੀ ਹਾਲੀ ਵੀ ਮੌਜੂਦ ਨੇ। ਲੇਕਿਨ ਮੈਂ ਗੱਲ ਇਹ ਵੇ ਕਿ ਮਰੀਜ਼ ਦੀ ਸ਼ੂਗਰ ਦਾ ਕੰਟਰੋਲ ਅੱਛਾ ਹੋਣਾ ਤੇ ਉਹਨਾਂ ਦਵਾਈਆਂ ਦਾ ਸ਼ੁਰੂ ਕਰਨਾ, ਇਹ ਸਾਰਾ ਕੁਝ ਸਾਨੂੰ ਕਰਨਾ ਪੈਂਦਾ ਤੇ ਫਿਰ ਬਿਹਤਰੀ ਆ ਜਾਂਦੀ ਹੈ। ਸਹੀ। ਅੱਛਾ ਡਾਕਟਰ ਸਾਹਿਬ, ਮਾਸ਼ਾਅੱਲਾ ਜ਼ਿਆਬਤੀਸ ਦੇ ਮਰਜ਼ ਦੇ ਹਵਾਲੇ ਨਾਲ ਤੁਹਾਡੀ ਤਹਿਕੀਕ ਨਾ ਸਿਰਫ ਕੌਮੀ ਬਲਕਿ ਬੈਨ ਅਲ-ਅਕਵਾਮੀ ਸਤਹ ਤੇ ਵੀ ਮੁxtਲਿਫ ਤਿੱਬੀ ਜਰਨਲਸ ਵਿੱਚ ਛਪ ਚੁੱਕੀ ਹੈ ਤੇ ਇਸ ਹਵਾਲੇ ਨਾਲ ਸਾਨੂੰ ਤੁਸੀਂ ਆਪਣੀ ਜ਼ੁਬਾਨੀ ਦੱਸੋ ਜ਼ਰਾ। ਜੀ ਬਿਲਕੁਲ, ਮੇਰੀ ਇੱਕ ਤਹਿਕੀਕ ਸੀ ਪੈਰੀਫਰਲ ਆਰਟੀਰੀਅਲ ਡਿਜ਼ੀਜ਼ ਪੇ ਕਿ ਸ਼ੂਗਰ ਦੇ ਮਰੀਜ਼ਾਂ ਵਿੱਚ ਖੂਨ ਦੀਆਂ ਜਿਹੜੀਆਂ ਨਾੜਾਂ ਨੇ ਉਹ ਕਿਸ ਹੱਦ ਤੱਕ ਬੰਦ ਹੋ ਜਾਂਦੀਆਂ ਨੇ ਜਿਹਦੀ ਵਜ੍ਹਾ ਤੋਂ ਉਹਨਾਂ ਦੇ ਪੈਰ ਦੀ ਸਪਲਾਈ ਘੱਟ ਹੋ ਜਾਂਦੀ ਹੈ ਜਾਂ ਪੈਰ ਠੰਡੇ ਹੁੰਦੇ ਨੇ, ਕਾਲੇ ਹੋ ਜਾਂਦੇ ਨੇ। ਤੇ ਇਹਦੇ ਬਾਅਦ ਅਸੀਂ ਜਿਹੜੀ ਤਹਿਕੀਕ ਕੀਤੀ ਉਹਦੇ ਵਿੱਚ ਅਸੀਂ ਵੇਖਿਆ ਕਿ ਸ਼ੂਗਰ ਦੇ ਮਰੀਜ਼ਾਂ ਵਿੱਚ ਇਹ ਬਿਮਾਰੀ ਬਹੁਤ ਜ਼ਿਆਦਾ ਹੈ ਤੇ ਬੜੇ ਵਕਤ ਦੇ ਉੱਤੇ ਅਸੀਂ ਤਸ਼ਖੀਸ ਕਰਨੀ ਬੜੀ ਜ਼ਰੂਰੀ ਹੁੰਦੀ ਹੈ। ਸਾਡੀ ਹੁਣ ਕੋਲੈਬੋਰੇਸ਼ਨ ਰਾਵਲਪਿੰਡੀ ਇੰਸਟੀਚਿਊਟ ਆਫ ਕਾਰਡੀਓਲੋਜੀ ਨਾਲ ਹੈ। ਅਸੀਂ ਸ਼ੂਗਰ ਦੇ ਮਰੀਜ਼ਾਂ ਦੀ ਜਦੋਂ ਖੂਨ ਦੀ ਨਾੜਾਂ ਦਾ ਅਲਟਰਾਸਾਊਂਡ ਕਰਾਉਂਦੇ ਆ ਔਰ ਮਰੀਜ਼ ਦਾ ਜ਼ਖਮ ਠੀਕ ਨਹੀਂ ਹੋ ਰਿਹਾ ਹੁੰਦਾ, ਫਿਰ ਅਸੀਂ ਉਹਨਾਂ ਦੀ ਖੂਨ ਦੀ ਨਾੜਾਂ ਦੀ ਐਂਜੀਓਗ੍ਰਾਫੀ ਕਰਾਉਂਦੇ ਆ। ਤੁਸੀਂ ਤੇ ਦਿਲ ਦੀ ਐਂਜੀਓਗ੍ਰਾਫੀ ਸੁਣੀ ਹੋਏਗੀ ਨਾ, ਅਸੀਂ ਜਿਹੜੇ ਲੱਤਾਂ ਜਿਹੜੀਆਂ ਨੇ ਉਹਨਾਂ ਦੀ ਐਂਜੀਓਗ੍ਰਾਫੀ ਕਰਾਉਂਦੇ ਆ ਤੇ ਵੇਖਦੇ ਆ ਕਿ ਜੀ ਜਿਸ ਤਰ੍ਹਾਂ ਖੂਨ ਦੀ ਨਾੜਾਂ ਬੰਦ ਹੋ ਜਾਂਦੀਆਂ ਨੇ ਤੇ ਅਟੈਕ ਹੋ ਜਾਂਦਾ, ਇਸੇ ਤਰ੍ਹਾਂ ਲੱਤਾਂ ਦੀਆਂ ਜਦੋਂ ਬੰਦ ਹੋ ਜਾਂਦੀਆਂ ਨੇ ਖੂਨ ਦੀ ਨਾੜਾਂ ਤੇ ਉਹਦੀ ਵਜ੍ਹਾ ਤੋਂ ਜ਼ਖਮ ਠੀਕ ਨਹੀਂ ਹੁੰਦਾ। ਫਿਰ ਅਸੀਂ ਉਹਨਾਂ ਦੀ ਖੂਨ ਦੀਆਂ ਨਾੜਾਂ ਵਿੱਚ ਵੀ ਸਟੈਂਟ ਪਵਾਉਂਦੇ ਆ ਜੀ ਤੇ ਫਿਰ ਜਾਂ ਬਲੂਨਿੰਗ ਨਾਲ ਖੋਲਨੇ ਆ। ਉਹਦਾ ਮਕਸਦ ਹੁੰਦਾ ਹੈ ਕਿ ਜ਼ਖਮ ਇਸ ਲਈ ਠੀਕ ਨਹੀਂ ਹੋ ਰਿਹਾ ਕਿ ਖੂਨ ਦੀ ਸਪਲਾਈ ਘੱਟ ਹੋ ਰਹੀ ਹੈ ਤੇ ਇਹ ਚੀਜ਼ ਜਿਹੜੀ ਅਸੀਂ ਤਹਿਕੀਕ ਕੀਤੀ ਇਹਦੇ ਵਿੱਚ ਇਹ ਚੀਜ਼ ਅਸੀਂ ਵੇਖੀ ਕਿ ਇਹ ਬਹੁਤ ਜ਼ਿਆਦਾ ਹੈ। ਠੀਕ ਹੈ। ਅੱਛਾ ਡਾਕਟਰ ਸਾਹਿਬ, ਸਾਡੇ ਸੁਣਨ ਵਾਲਿਆਂ ਨੂੰ ਇਹ ਵੀ ਦੱਸੋ ਕਿ ਬੈਨ ਅਲ-ਅਕਵਾਮੀ ਸਤਹ ਤੇ ਜ਼ਿਆਬਤੀਸ ਦੇ ਨਵੇਂ ਤੇ ਮੌਸਰ ਇਲਾਜ ਲਈ ਕਿਸ ਤਰ੍ਹਾਂ ਦੇ ਨਵੇਕਲੇ ਤਰੀਕੇ ਇਜਾਦ ਹੋਏ ਨੇ ਤੇ ਪਾਕਿਸਤਾਨ ਵਿੱਚ ਇਸ ਮਰਜ਼ ਦੇ ਹਵਾਲੇ ਨਾਲ ਤਹਿਕੀਕ ਦਾ ਕੀ ਮਿਆਰ ਹੈ? ਦੇਖੋ ਜੀ, ਸਾਡੇ ਕੋਲ ਹਰ ਤਰ੍ਹਾਂ ਦੇ ਮਰੀਜ਼ ਆਉਂਦੇ ਨੇ। ਸਾਡੇ ਕੋਲ ਉਹ ਵੀ ਆਣਗੇ ਜਿਹੜਾ ਰੇੜੀ ਲਾਉਂਦਾ ਹੈ, ਸਾਡੇ ਕੋਲ ਉਹ ਵੀ ਆਏਗਾ ਜਿਹੜਾ ਰਕਸ਼ਾ ਚਲਾਉਂਦਾ ਹੈ, ਸਾਡੇ ਕੋਲ ਉਹ ਵੀ ਆਏਗਾ ਜਿਹੜਾ ਹੋਟਲ ਦਾ ਮਾਲਿਕ ਹੈ। ਲੇਕਿਨ ਅਸੀਂ ਇਹਨਾਂ ਸਾਰਿਆਂ ਮਰੀਜ਼ ਦੀ ਸ਼ੂਗਰ ਠੀਕ ਕਰਨੀ ਹੈ, ਠੀਕ ਹੈ ਨਾ, ਤੇ ਇਲਾਜ ਉਹਦਾ ਉਹੀ ਮਿਆਰ ਫਰਾਹਮ ਕਰਨਾ ਹੈ, ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਯਾਨੀ ਕਿ ਇੰਟਰਨੈਸ਼ਨਲ ਲੈਵਲ ਦਾ। ਹਾਂ ਬਿਲਕੁਲ, ਮੈਂ ਉਹ ਕਹਿ ਰਹੀ ਹਾਂ ਕਿ ਸਾਡਾ ਮਕਸਦ ਹੈ ਸ਼ੂਗਰ ਦਾ ਕੰਟਰੋਲ। ਹੁਣ ਉਹਦਾ ਉਹ ਮਕਸਦ ਅਸੀਂ ਕਿਸ ਤਰ੍ਹਾਂ ਪੂਰਾ ਕਰਨਾ ਹੈ, ਅਸੀਂ ਹਰ ਤਰ੍ਹਾਂ ਦੇ ਹਰਬਾ ਇਸਤੇਮਾਲ ਕਰਾਂਗੇ। ਉਹਦੇ ਵਿੱਚ ਇਨਸੂਲਿਨ ਵੀ ਆਏਗੀ, ਦਵਾਈਆਂ ਵੀ ਆਉਣਗੀਆਂ ਜਿਹੜੀਆਂ ਲੇਟੈਸਟ ਟ੍ਰੀਟਮੈਂਟ ਨੇ ਦੁਨੀਆ ਵਿੱਚ ਅਵੇਲੇਬਲ ਨੇ। ਉਹਦੇ ਵਿੱਚ ਹੁਣੇ ਪਾਕਿਸਤਾਨ ਦੀ ਇੱਕ ਮੈਂ ਕਹਾਂਗੀ ਕਿ ਇੱਕ ਅੱਛੀ ਗੱਲ ਇਹ ਵੇ ਕਿ ਪਾਕਿਸਤਾਨ ਹਾਲੀ ਉਹਨਾਂ ਮੁਲਕਾਂ ਵਿੱਚ ਆ ਰਿਹਾ ਜਿਹੜਾ ਡਿਵੈਲਪ ਹੋ ਰਿਹਾ। ਉਹਦਾ ਫਾਇਦਾ ਕੀ ਹੁੰਦਾ ਕਿ ਜਿੰਨੀ ਇੰਟਰਨੈਸ਼ਨਲ ਕੰਪਨੀਆਂ ਨੇ ਜਦੋਂ ਕੋਈ ਦਵਾਈ ਇੱਥੇ ਲੈ ਕੇ ਆਉਂਦੀਆਂ ਨੇ ਤਾਂ ਉਹਦੀ ਪ੍ਰਾਈਸ ਘੱਟ ਰੱਖਦੀਆਂ ਨੇ। ਉਹਦਾ ਮੁਕਾਬਲਾ ਅਮਰੀਕਾ ਨਾਲ ਜਾਂ UK ਨਾਲ ਕਰੋਗੇ ਤਾਂ ਉਸੇ ਦਵਾਈ ਦੀ ਪ੍ਰਾਈਸ ਉੱਥੇ ਬਹੁਤ ਜ਼ਿਆਦਾ ਹੁੰਦੀ ਹੈ। ਤੇ ਸਾਡੇ ਜਿੰਨੀਆਂ ਨਵੀਆਂ ਤੈਰੀਆਂ ਨੇ, ਨਵੀਆਂ ਇੰਜੈਕਸ਼ਨ ਆ ਰਹੇ ਨੇ ਜਿਹੜੇ ਇਨਸੂਲਿਨ ਨਹੀਂ ਨੇ, ਉਹ ਇਸ ਤਰ੍ਹਾਂ ਦੀ ਰਤੂਬਤ ਆ ਰਹੀ ਹੈ ਜਿਹਨੂੰ GLP ਕਹਿੰਦੇ ਨੇ, ਉਹ ਸ਼ੂਗਰ ਦੇ ਮਰੀਜ਼ ਨੂੰ ਰਿਵਰਸ ਕਰਨ ਦਾ ਪੋਟੈਂਸ਼ੀਅਲ ਰੱਖਦੀ ਹੈ, ਖਾਸ ਤੌਰ ਤੇ ਉਹਨਾਂ ਮਰੀਜ਼ਾਂ ਵਿੱਚ ਜਿਨ੍ਹਾਂ ਦੀ ਪ੍ਰੀ ਡਾਇਬੀਟੀਜ਼ ਹੈ ਜਾਂ ਨਵੀਂ ਸ਼ੂਗਰ ਸ਼ੁਰੂ ਹੋਈ ਹੈ। ਫਿਰ ਉਹਦੇ ਨਾਲ ਇਹ ਵੇ ਕਿ ਵਜ਼ਨ ਘੱਟ ਕਰਦੀ ਹੈ। ਜਿਨ੍ਹਾਂ ਮਰੀਜ਼ਾਂ ਦੀ ਸ਼ੂਗਰ ਬਿਲਕੁਲ ਕੰਟਰੋਲ ਨਹੀਂ ਹੋ ਰਹੀ ਹੁੰਦੀ, ਉਹਨਾਂ ਨੂੰ ਜਦੋਂ ਅਸੀਂ ਉਸ ਇੰਜੈਕਸ਼ਨ ਤੇ ਪਾਉਂਦੇ ਹਾਂ ਤਾਂ ਉਹਨਾਂ ਦਾ ਵਜ਼ਨ ਘੱਟ ਜਾਂਦਾ ਹੈ ਤੇ ਸ਼ੂਗਰ ਦਾ ਕੰਟਰੋਲ ਬਿਹਤਰ ਹੋ ਜਾਂਦਾ ਹੈ। ਉਹੀ ਇੰਜੈਕਸ਼ਨ ਜਿਹੜਾ ਹੈ ਦਿਲ ਦਾ ਮਰਜ਼,
ਫਾਲਿਜ ਦਾ ਅਟੈਕ ਤੇ ਗੁਰਦਿਆਂ ਦਾ ਅਟੈਕ ਉਹਨੂੰ 30 ਤੋਂ 40% ਕੱਟ ਕਰ ਦਿੰਦੀ ਹੈ। ਲੇਕਿਨ ਗੱਲ ਇਹ ਵੇ ਕਿ ਜਿੰਨਾ ਗੁੜ ਪਾਓਗੇ ਉਨਾ ਮਿੱਠਾ ਹੋਏਗਾ, ਉਹ ਚੀਜ਼ਾਂ ਜ਼ਰਾ ਮਹਿੰਗੀਆਂ ਨੇ। ਲੇਕਿਨ ਇਹਦਾ ਇਹ ਮਤਲਬ ਨਹੀਂ ਹੈ ਕਿ ਜਿਨ੍ਹਾਂ ਮਰੀਜ਼ਾਂ ਦੀ ਸ਼ੂਗਰ ਕੰਟਰੋਲ ਹੋ ਜਾਂਦੀ ਹੈ ਉਹਨਾਂ ਨੂੰ ਫਾਇਦਾ ਨਹੀਂ ਹੋਏਗਾ। ਅਸੀਂ ਹਰ ਮਰੀਜ਼ ਦਾ ਇਲਾਜ ਉਹਦੀ ਬਿਮਾਰੀ ਦੇ ਮੁਤਾਬਿਕ ਤੇ ਉਹਦੀ ਪਾਕਟ ਦੇ ਮੁਤਾਬਿਕ ਕਰਨੇ ਆ, ਮਗਰ ਅਸੀਂ ਆਪਣੀ ਟ੍ਰੀਟਮੈਂਟ ਦਾ ਜਿਹੜਾ ਟਾਰਗੇਟ ਹੈ ਉਹਨੂੰ ਕੰਪਰੋਮਾਈਜ਼ ਨਹੀਂ ਕਰਦੇ। ਠੀਕ। ਅੱਛਾ ਡਾਕਟਰ ਸਾਹਿਬ, ਬਹੁਤ ਸਾਰੇ ਲੋਕੀ ਸਾਨੂੰ ਸੁਣ ਰਹੇ ਨੇ, ਸਾਨੂੰ ਮੈਸੇਜ ਕੀਤਾ ਜੀ ਮੋਏ ਸਾਹਿਬ ਨੇ, ਰਸੂਲਾਬਾਦ ਚੱਕਰੀ ਰੋਡ ਧਮਿਆਲ ਰਾਵਲਪਿੰਡੀ। ਤੇ ਡਾਕਟਰ ਸਾਹਿਬ ਇਹਨਾਂ ਨੇ ਤੁਹਾਡੇ ਕਲੀਨਿਕ ਦਾ ਐਡਰੈਸ ਮੰਗਿਆ ਔਰ ਟਾਈਮਿੰਗ ਦਾ ਪੁੱਛਿਆ, ਤੇ ਇਸ ਦੇ ਨਾਲ ਇਹ ਸਵਾਲ ਕਰ ਰਹੇ ਨੇ ਕਿ ਮੇਰੇ ਕਜ਼ਨ ਨੂੰ ਸਫੇਦ ਮੋਤੀ ਆਏ ਪਰ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਦੀ ਵਜ੍ਹਾ ਤੋਂ ਆਪਰੇਸ਼ਨ ਨਹੀਂ ਹੋ ਰਿਹਾ, ਕੋਈ ਹੱਲ ਦੱਸੋ। ਜੀ ਇਹ ਤਾਂ ਮਸਲਾ ਬਹੁਤ ਸੇ ਲੋਕਾਂ ਦਾ ਹੈ ਤੇ ਤੁਸੀਂ ਜ਼ਰੂਰ ਤਸ਼ਰੀਫ ਲਿਆਓ, ਇਨਸ਼ਾਅੱਲਾ ਸ਼ੂਗਰ ਵੀ ਕੰਟਰੋਲ ਹੋਏਗੀ ਤਾਂ ਆਪਰੇਸ਼ਨ ਵੀ ਹੋਏਗਾ। ਤੁਸੀਂ ਜ਼ਰਾ ਇਹਨਾਂ ਨੂੰ ਆਪਣੇ ਕਲੀਨਿਕ ਦਾ ਐਡਰੈਸ ਵੀ ਦੱਸੋ। ਮੈਂ ਜੀ ਸ਼ਾਮ ਨੂੰ ਮੈਂ ਹਨੀਫ ਮੈਡੀਕਲ ਕੰਪਲੈਕਸ ਸੈਦਪੁਰ ਰੋਡ ਤੇ ਬੈਣੀ ਆ ਤੇ ਐਮਏ ਮੋਟਰ ਦੇ ਨਾਲ ਇਹ ਸਾਡਾ ਹਨੀਫ ਮੈਡੀਕਲ ਕੰਪਲੈਕਸ ਹਸਪਤਾਲ ਹੈ। ਸ਼ਾਮ ਨੂੰ 7:30 ਤੋਂ 9:30 ਬਾਜ਼ੂ ਕਾ 10-11 10 ਵੀ ਵੱਜ ਜਾਂਦੇ ਨੇ। ਅੱਜਕੱਲ ਸਰਦੀਆਂ ਨੇ ਤੇ ਜਲਦੀ ਮਰੀਜ਼ ਜਿਹੜੇ ਨੇ ਉਹ ਫਾਰਿਗ ਹੋ ਜਾਂਦੇ ਨੇ। ਪੀਰ ਮੰਗਲ ਬੁੱਧ ਜੁਮੇਰਾਤ ਮੈਂ 4 ਦਿਨ ਬੈਣੀ ਆ ਤੇ ਸ਼ੂਗਰ ਦਾ ਜੀ ਕੰਟਰੋਲ ਅਸੀਂ ਕਰ ਲੈਨੇ ਆ ਇਨਸ਼ਾਅੱਲਾ। ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿ ਮੈਜੋਰਿਟੀ ਮਰੀਜ਼ਾਂ ਦਾ ਸ਼ੂਗਰ ਦਾ ਕੰਟਰੋਲ ਜਿਹੜਾ ਹੈ ਉਹ ਹੋ ਜਾਂਦਾ ਹੈ, ਲੇਕਿਨ ਮਰੀਜ਼ ਰਾਜ਼ੀ ਹੋਏ ਕਿ ਜਿਹੜੀ ਟ੍ਰੀਟਮੈਂਟ ਡਾਕਟਰ ਦੱਸੇਗਾ ਉਹਦੇ ਮੁਤਾਬਿਕ ਉਹ ਚੱਲੇ ਤੇ ਖੁਰਾਕ ਉਹਦੇ ਮੁਤਾਬਿਕ ਕਰੇ। ਅਸੀਂ ਖੁਰਾਕ ਵਿੱਚ ਤੁਹਾਡੀ ਗੈਰ ਜ਼ਰੂਰੀ ਚੀਜ਼ਾਂ ਜ਼ਰੂਰ ਘੱਟ ਕਰਾਨੇ ਆ, ਲੇਕਿਨ ਬੰਦ ਨਹੀਂ ਕਰਾਨੇ ਆ। ਸਾਡੇ ਕੋਲ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ, ਬੱਚੇ ਵੀ ਆਣਗੇ, ਵੱਡੇ ਵੀ ਆਣਗੇ ਤੇ ਉਹਨਾਂ ਨੂੰ ਖੁਰਾਕ ਦੇ ਅਸੀਂ ਦੱਸਨੇ ਆ ਤਰੀਕਾ ਕਿਹੜੀ ਚੀਜ਼ ਤੁਸੀਂ ਕਿਸ ਤਰ੍ਹਾਂ ਖਾਣੀ ਹੈ ਤੇ ਕਿੰਨੀ ਖਾਣੀ ਹੈ ਤੇ ਸ਼ੂਗਰ ਨਹੀਂ ਵਧੇਗੀ। ਠੀਕ ਹੈ ਡਾਕਟਰ ਸਾਹਿਬ, ਇਸੇ ਤਰ੍ਹਾਂ ਸਾਨੂੰ ਇੱਕ ਮੈਸੇਜ ਕੀਤਾ ਉਮਰ ਸਾਹਿਬ ਨੇ ਤੇ ਇਹਨਾਂ ਨੇ ਸਵਾਲ ਕੀਤਾ ਜੀ, अस्सलाम वालेकुम व रहमतुल्लाह, ये बताइएगा कि ज़ियाबतीस के मर्ज को कौन कौन से फल दिए जा सकते हैं। ਅੱਛਾ ਜੀ, ਦੇਖੋ ਹੁਣ ਇਹ ਗੱਲ ਇਹ ਵੇ ਕਿ ਸਾਡੇ ਲੋਕਾਂ ਦੀ ਇੱਕ ਨਾ ਸੋਚ ਅਸੀਂ ਬੜੀ ਦੇਖੀਏ, ਇਹ ਸੋਚ ਬਹੁਤ ਹੱਦ ਤੱਕ ਠੀਕ ਵੀ ਹੈ ਮਗਰ ਇਹਦੀ ਐਪਲੀਕੇਸ਼ਨ ਠੀਕ ਨਹੀਂ ਹੈ ਕਿ ਜੀ ਇਹ ਜਿਹੜਾ ਫਲ ਹੈ ਇਹਦੇ ਵਿੱਚ ਸ਼ੂਗਰ ਜ਼ਿਆਦਾ ਹੈ, ਇਹ ਫਲ ਜਿਹੜਾ ਇਹਦੇ ਵਿੱਚ ਸ਼ੂਗਰ ਘੱਟ ਹੈ, ਇਹ ਸਬਜ਼ੀ ਜਿਹੜੀ ਹੈ ਕਿਉਂਕਿ ਜ਼ਮੀਨ ਦੇ ਅੰਦਰ ਹੁੰਦੀ ਹੈ ਤੇ ਇਹਦੇ ਵਿੱਚ ਸ਼ੂਗਰ ਜ਼ਿਆਦਾ ਹੈ। ਤੇ ਅਸੀਂ ਜਿਹੜੇ ਹੈ ਨਾ ਅਸੀਂ ਇਹ ਕਨਸੈਪਟ ਜਿਹੜਾ ਇਹਨੂੰ ਕਹਿੰਦੇ ਨੇ ਕਾਰਬੋਹਾਈਡਰੇਟ ਕਾਊਂਟਿੰਗ, ਕਿ ਤੁਸੀਂ ਇਹ ਵੇਖੋ ਕਿ ਇਹ ਫਲ ਇਹਦਾ ਵਜ਼ਨ ਕਿੰਨਾ ਹੈ ਤੇ ਇਹਦੇ ਵਿੱਚ ਕਿੰਨੀ % ਨਸ਼ਾਸਤੇ ਦੀ ਹੈ ਤੇ ਫਿਰ ਤੁਸੀਂ ਫਿਰ ਇੱਕ ਹਿਸਾਬ ਹੁੰਦਾ ਹੈ ਕਿ ਜੀ ਇੰਨਾ ਨਸ਼ਾਸਤਾ ਇਹਦੇ ਵਿੱਚ ਮੌਜੂਦ ਹੈ। ਸਾਡੇ ਮਰੀਜ਼ ਜਿਹੜੇ ਨੇ ਉਹ ਅੰਦਾਜ਼ੇ ਨਾਲ ਚੱਲਦੇ ਨੇ। ਸਹੀ। ਤੁਸੀਂ ਇਹ ਨਹੀਂ ਵੇਖਦੇ ਹੋ ਕਿ ਜੀ ਇਹ ਕਿੰਨੇ ਵਜ਼ਨ ਦਾ ਆੜੂ ਹੈ, ਇਹਦੇ ਵਿੱਚ ਕਿੰਨੇ % ਨਸ਼ਾਸਤਾ ਮੌਜੂਦ ਹੈ ਤੇ ਜੀ ਇੰਨਾ ਖਾਵਾਂਗਾ ਤੇ ਇੰਨੀ ਮੇਰੀ ਸ਼ੂਗਰ ਨਹੀਂ ਵਧੇਗੀ। ਸਹੀ। ਠੀਕ ਹੈ ਨਾ। ਤੇ ਅਸੀਂ ਅੰਦਾਜ਼ੇ ਨਾਲ ਇਹਦੇ ਵਿੱਚ ਘੱਟ ਹੈ ਜੀ, ਇਹਦੇ ਵਿੱਚ ਜ਼ਿਆਦਾ ਹੈ। ਠੀਕ। ਅਸੀਂ ਇਸ ਕਨਸੈਪਟ ਨੂੰ ਜਿਹੜਾ ਹੈ ਹਟਾਇਆ ਹੈ। ਅਸੀਂ ਕਹਿੰਦੇ ਆ ਕਿ ਜੀ ਅਸੀਂ ਤੁਹਾਨੂੰ ਮਿਕਦਾਰ ਦੱਸਾਂਗੇ ਹਰ ਫਲ ਦੀ, ਇੰਨੀ ਮਿਕਦਾਰ ਖਾਓ ਕਿਉਂਕਿ ਅਸੀਂ ਉਹ ਕੈਲਕੂਲੇਸ਼ਨ ਕੀਤੀ ਹੋਈ ਹੁੰਦੀ ਹੈ। ਸਾਨੂੰ ਪਤਾ ਹੈ ਕਿ ਇੰਨਾ ਤੁਸੀਂ ਫਲ ਖਾਓਗੇ, ਇਸ ਟਾਈਮ ਖਾਓਗੇ ਤੇ ਤੁਹਾਡੀ ਸ਼ੂਗਰ ਨਹੀਂ ਵਧੇਗੀ। ਠੀਕ ਹੈ ਨਾ। ਤੇ ਇਹ ਚੀਜ਼ ਹੈ ਕਿ ਤੁਸੀਂ ਆਪਣੇ ਨੌਲੇਜ ਮਤਲਬ ਕਿ ਹਰ ਨੌਲੇਜ ਜਿਹੜਾ ਹੈ ਖੁਰਾਕ ਦੇ ਬਾਰੇ ਵਿੱਚ ਨਹੀਂ ਦੱਸਦਾ। ਠੀਕ ਹੈ ਨਾ। ਕੁਝ ਲੋਕ ਡਾਈਟੀਸ਼ੀਅਨ ਦੇ ਕੋਲ ਘੱਲ ਦਿੰਦੇ ਨੇ, ਲੇਕਿਨ ਕਿਉਂਕਿ ਮੇਰੇ ਮਰੀਜ਼ਾਂ ਦੀ ਸ਼ੂਗਰ ਮੈਂ ਹੀ ਟ੍ਰੀਟ ਕਰਨੀ ਆ ਤੇ ਫਿਰ ਖੁਰਾਕ ਦਾ ਵੀ ਮੈਂ ਦੱਸਣੀ ਆ ਕਿਉਂਕਿ ਮੇਰਾ ਤਜਰਬਾ ਇਹ ਹੈ ਕਿ ਜਦੋਂ ਮੈਂ ਉਹਨਾਂ ਦੀ ਖੁਰਾਕ ਆਪਣੇ ਮੁਤਾਬਿਕ ਕਰਨੀ ਆ ਤੇ ਮੈਨੂੰ ਸ਼ੂਗਰ ਦਾ ਜ਼ਿਆਦਾ ਬਿਹਤਰ ਕੰਟਰੋਲ ਮਿਲਦਾ ਹੈ। ਠੀਕ। ਤੇ ਇਹ ਚੀਜ਼ ਹੈ ਕਿ ਫਲਾਂ ਦੀ ਮਿਕਦਾਰ ਤੇ ਫਲਾਂ ਦੇ ਵਿੱਚ ਕਿੰਨੀ ਸ਼ੂਗਰ ਹੈ ਜੀ, ਇਹ ਇੱਕ ਖਾਸ ਕਿਸਮ ਦੀ ਕੈਲਕੂਲੇਸ਼ਨ ਹੈ। ਇਹ ਅੰਦਾਜ਼ੇ ਨਾਲ ਨਹੀਂ ਹੈ ਕਿ ਜੀ ਆੜੂ ਵਿੱਚ ਸ਼ੂਗਰ ਘੱਟ ਹੈ ਤੇ ਇਹ ਤੁਸੀਂ ਪੂਰਾ ਖਾ ਲਓ ਤੇ ਇਹ 2 ਖਾ ਲਓ ਤੇ ਇਹਦੇ ਵਿੱਚ ਜ਼ਿਆਦਾ ਹੈ, ਇਸ ਤਰ੍ਹਾਂ ਦਾ ਕੰਮ ਨਹੀਂ ਹੈ। ਠੀਕ। ਲਓ ਜੀ, ਮੈਂ ਸੁਣਨ ਵਾਲਿਆਂ ਨੂੰ ਦੱਸਦਾ ਚੱਲਾਂ ਕਿ ਸਾਡੇ ਨਾਲ ਮੌਜੂਦ ਨੇ ਡਾਕਟਰ ਮਦੀਹਾ ਨਜ਼ਰ ਸਾਹਿਬਾ, ਡਾਇਬਟੋਲੋਜਿਸਟ ਤੇ ਮੈਡੀਕਲ ਸਪੈਸ਼ਲਿਸਟ ਨੇ। ਤੁਸੀਂ ਵੀ ਇਹਨਾਂ ਕੋਲ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਸਾਡੇ WhatsApp ਨੰਬਰ 05192919521 ਤੇ ਸਾਨੂੰ ਮੈਸੇਜ ਕੀਤਾ ਅਰਸ਼ਦ ਭੱਟ ਹੋਰਾਂ ਨੇ। ਉਹ ਕਹਿੰਦੇ ਨੇ ਜੀ ਲੌਂਗ ਟर्म शुगर BP के मसले बनाकर तबाह कर देती है, ऐसा क्यों है? मैं समझी नहीं सवाल। ओके, ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਲੰਬੇ ਦੇਰ ਤੱਕ ਜਿਹੜੀ ਇਨਸਾਨ ਨੂੰ ਸ਼ੂਗਰ ਹੋ ਜਾਂਦੀ ਹੈ ਉਹ ਬਿਲਾਖਰ ਕਿਆ ਉਹਦੇ ਨਾਲ ਇਨਸਾਨ ਨੂੰ ਬਲੱਡ ਪ੍ਰੈਸ਼ਰ ਦੇ ਮਸਲੇ ਵੀ ਬਣ ਜਾਂਦੇ ਨੇ? ਜੀ ਬਿਲਕੁਲ, ਸ਼ੂਗਰ ਦੇ ਨਾਲ BP ਤੇ ਕੋਲੇਸਟ੍ਰੋਲ ਇਹ ਸਾਰੇ ਮਸਲੇ ਆਉਂਦੇ ਨੇ, ਲੇਕਿਨ ਜ਼ਿਆਦਾਤਰ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਤੁਹਾਡੀ ਸ਼ੂਗਰ ਕੰਟਰੋਲ ਤੋਂ ਬਾਹਰ ਹੁੰਦੀ ਹੈ। ਠੀਕ ਹੈ ਨਾ। ਤੇ ਅਗਰ ਤੁਹਾਡੀ ਸ਼ੂਗਰ ਸ਼ੁਰੂ ਤੋਂ ਇੱਕ ਨਵਾਂ ਜਿਹੜਾ ਕਨਸੈਪਟ ਹੈ, ਜੈਸੇ ਕਿ ਤੁਸੀਂ ਰਿਸਰਚ ਦਾ ਜ਼ਿਕਰ ਕੀਤਾ ਕਿ ਜੀ ਸ਼ੂਗਰ ਦਾ ਜਿਹੜਾ ਪਹਿਲਾ ਸਾਲ ਹੈ ਨਾ ਉਹ ਬੜਾ ਇੰਪੋਰਟੈਂਟ ਹੁੰਦਾ ਹੈ। ਨਵੀਂ ਰਿਸਰਚ ਇਹ ਹੈ ਕਿ ਸ਼ੂਗਰ ਦੇ ਪਹਿਲੇ ਸਾਲ ਵਿੱਚ ਜਿਹੜੇ ਲੋਕ ਆਪਣੀ ਸ਼ੂਗਰ ਨੂੰ ਤਗੜਾ ਕੰਟਰੋਲ ਕਰ ਲੈਂਦੇ ਨੇ ਤੇ HbA1c ਨੂੰ 7 ਜਾਂ 60 ਤੋਂ ਘੱਟ ਰੱਖਦੇ ਨੇ, ਉਹਨਾਂ ਦੇ ਜਿਹੜੇ ਫਾਇਦੇ ਨੇ ਅਗਲੇ 5 ਸਾਲ ਆਉਂਦੇ ਨੇ। ਉਹਨਾਂ ਦੇ ਅਗਲੇ 5 ਸਾਲ ਵਿੱਚ ਬਲੱਡ ਪ੍ਰੈਸ਼ਰ, ਦਿਲ ਦਾ ਅਟੈਕ, ਫਾਲਿਜ ਦਾ ਅਟੈਕ ਘੱਟ ਹੋ ਜਾਂਦਾ ਹੈ। ਸਾਡਾ ਮਸਲਾ ਇਹ ਹੈ ਕਿ ਅਸੀਂ ਪਹਿਲੇ 1-2 ਸਾਲਾਂ ਵਿੱਚ ਕਹਿੰਦੇ ਹਾਂ ਕਿ ਚਲੋ ਜੀ ਇਹ ਤੇ 200-250 ਸ਼ੂਗਰ ਹੈ, ਕੋਈ ਗੱਲ ਨਹੀਂ, ਖੁਰਾਕ ਨਾਲ ਕੰਟਰੋਲ ਕਰ ਲਵਾਂਗੇ, ਕੋਈ ਗੱਲ ਨਹੀਂ, ਹਾਲੀ ਖਾਣੇ ਪੀਣੇ ਬਾਅਦ ਵੀ ਜਦੋਂ ਵਧੇਗੀ ਤੇ ਫਿਰ ਕੰਟਰੋਲ ਕਰ ਲਵਾਂਗੇ। ਇਹ ਕਨਸੈਪਟ ਜਿਹੜਾ ਹੈ ਨਾ ਇਹ ਸਾਨੂੰ
ਨੁਕਸਾਨ ਦੇ ਰਿਹਾ। ਬੜਾ ਗਲਤ ਹੈ ਜੀ। ਬਿਲਕੁਲ ਪਹਿਲਾ ਸਾਲ ਬੜਾ, ਜਿਸ ਤਰ੍ਹਾਂ ਤੁਸੀਂ ਬੱਚੇ ਨੂੰ ਪਹਿਲੇ 2 ਸਾਲਾਂ ਵਿੱਚ ਸਿਖਾਉਂਦੇ ਹੋ ਕਿ ਜੀ ਇਸ ਤਰ੍ਹਾਂ ਹੁਣ ਤੂੰ ਇਹ ਟੁਰਨ ਫਿਰਨ ਦਾ ਤਰੀਕਾ ਸਿਖਾਉਣ ਦਾ, ਖਾਣ ਪੀਣ ਦਾ, ਇਸੇ ਤਰ੍ਹਾਂ ਸ਼ੂਗਰ ਦੇ ਮਰਜ਼ ਦਾ ਪਹਿਲਾ ਸਾਲ ਬੜਾ ਇੰਪੋਰਟੈਂਟ ਹੁੰਦਾ। ਤੁਸੀਂ ਆਪਣੇ ਜਿਸਮ ਨੂੰ ਨਵੇਂ ਤਰੀਕੇ ਨਾਲ ਸਿਖਾਉਂਦੇ ਹੋ ਕਿ ਜੀ ਇਹ ਨਾਰਮਲ ਸ਼ੂਗਰ ਹੈ ਤੇ ਇੰਨੇ ਤੇ ਹੀ ਰਹੋ, ਤੇ ਫਿਰ ਅਗਲੇ 5 ਸਾਲ ਉਹ ਜਿਸਮ ਉਹ ਚੀਜ਼ ਯਾਦ ਰੱਖਦਾ ਹੈ। ਠੀਕ ਹੈ। ਅੱਛਾ ਡਾਕਟਰ ਸਾਹਿਬ, ਬਹੁਤ ਸਾਰੇ ਸਟੂਡੈਂਟ ਸਾਨੂੰ ਸੁਣ ਰਹੇ ਨੇ ਔਰ ਬੜੀ ਬਾਕਾਇਦਗੀ ਨਾਲ ਸੁਣਦੇ ਨੇ, ਤੇ ਬਹੁਤ ਸਾਰੇ ਐਸੇ ਪੜਾਕੂ ਬੱਚੇ, ਉਹਨਾਂ ਨੂੰ ਤੁਸੀਂ ਕੀ ਤਜਵੀਜ਼ ਦਿਓਗੇ ਜਿਹੜੇ ਇਸ ਫੀਲਡ ਮੈਡੀਕਲ ਦੀ ਫੀਲਡ ਚ ਆਉਣਾ ਚਾਹੁੰਦੇ ਨੇ? ਕਿਹੜੀਆਂ ਐਸੀਆਂ ਆਦਤਾਂ ਉਹ ਅਪਣਾ ਕੇ ਤੇ ਆਸਾਨੀ ਨਾਲ ਇਸ ਫੀਲਡ ਵੱਲ ਆ ਸਕਦੇ ਨੇ? ਦੇਖੋ ਜੀ, ਮੇਰਾ ਖਿਆਲ ਹੈ ਕਿ ਜਿਹੜਾ ਇਹ ਮੈਡੀਸਨ ਦਾ ਸ਼ੋਭਾ ਹੈ ਇਹਦੇ ਵਿੱਚ ਸ਼ੌਕ ਹੋਣਾ ਬੜਾ ਜ਼ਰੂਰੀ ਹੈ। ਔਰ ਸ਼ੌਕ ਦਾ ਇਹ ਵੇ ਕਿ ਸ਼ੌਕ ਨਾਲ ਤੁਸੀਂ ਜਦੋਂ ਤੁਸੀਂ FSC ਕਰਦੇ ਹੋ ਤੇ ਜਾਂ ਅੱਜ ਕੱਲ੍ਹ OLA ਲੈਵਲ ਕਰਦੇ ਹੋ ਤੇ ਅੱਛੇ ਹਮਾਰੇ ਹੁਣ ਤਾਂ ਬਹੁਤ ਸਾਰੇ ਪ੍ਰਾਈਵੇਟ ਮੈਡੀਕਲ ਕਾਲਜ ਵੀ ਖੁੱਲ ਗਏ ਨੇ, ਲੇਕਿਨ ਹਕੂਮਤ ਦੇ ਹਸਪਤਾਲਾਂ ਵਿੱਚ ਇੱਕ ਖਾਸ ਮੈਰਿਟ ਹੁੰਦਾ, ਐਂਟਰੀ ਟੈਸਟ ਹੁੰਦਾ ਤੇ ਤਿਆਰੀ ਕਰਨੀ ਪੈਂਦੀ ਹੈ ਤੇ ਪੜ੍ਹਾਈ ਜ਼ਰਾ ਸਖਤ ਹੈ। ਮੈਡੀਸਨ ਦੀ ਪੜ੍ਹਾਈ ਜੀ ਸਖਤ ਹੈ ਤੇ ਜਦੋਂ ਕਿਤਾਬਾਂ ਆਉਂਦੀਆਂ ਨੇ ਇਹਨਾਂ ਦੇ ਬੰਦੇ ਦੇ ਰੋਲੇ ਵੀ ਨਿਕਲ ਜਾਂਦੇ ਨੇ, ਲੇਕਿਨ ਇੱਕ ਸ਼ੌਕ ਹੁੰਦਾ ਹੈ ਕਿ ਜੀ ਅਲਟੀਮੇਟਲੀ 5 ਸਾਲਾਂ ਬਾਅਦ ਅਸੀਂ ਡਾਕਟਰ ਬਣ ਹੀ ਜਾਵਾਂਗੇ। ਅਸੀਂ ਕਹਿੰਦੇ ਸਾਂ ਕਿ ਜੀ ਅੱਜ ਤੁਸੀਂ ਮੈਡੀਕਲ ਕਾਲਜ ਵਿੱਚ ਵੜ ਗਏ ਉਹਨਾਂ ਤੇ ਬਸ ਡਾਕਟਰ ਬਣ ਕੇ ਹੀ ਨਿਕਲੋਗੇ। ਸਹੀ। ਤੇ ਇਹ ਵੇ ਕਿ ਸ਼ੌਕ ਤੇ ਥੋੜੀ ਮਿਹਨਤ ਤੇ ਇਨਸ਼ਾਅੱਲਾ ਜਿਹੜਾ ਹੈ ਨਾ ਮੈਡੀਕਲ ਦੀ ਫੀਲਡ ਕੋਈ ਇੰਨੀ ਮੁਸ਼ਕਿਲ ਨਹੀਂ ਹੈ। ਠੀਕ ਹੈ ਨਾ, ਬਿਲਕੁਲ ਕਰ ਸਕਦੇ ਹਾਂ। ਅੱਛਾ ਡਾਕਟਰ ਸਾਹਿਬ, ਤੁਸੀਂ ਸਰਕਾਰੀ ਹਸਪਤਾਲਾਂ ਦਾ ਜ਼ਿਕਰ ਕੀਤਾ ਹੈ ਤੇ ਸਾਨੂੰ ਇਹ ਦੱਸੋ ਕਿ ਸਰਕਾਰੀ ਹਸਪਤਾਲਾਂ 'ਚ ਤੇ ਮਰੀਜ਼ਾਂ ਦਾ ਬੜਾ ਢੇਰ ਲੱਗਾ ਹੁੰਦਾ ਹੈ ਤੇ ਬਹੁਤ ਸਾਰੇ ਮਰੀਜ਼ ਹੁੰਦੇ ਨੇ, ਤੁਸੀਂ ਖੁਦ ਵੀ ਇੱਕ ਸਰਕਾਰੀ ਹਸਪਤਾਲ ਨਾਲ ਵਾਬਸਤਾ ਹੋ, ਇੰਚਾਰਜ ਹੋ, ਤੇ ਇਹ ਦੱਸੋ ਕਿ ਜਿਹੜਾ ਪ੍ਰਾਈਵੇਟ ਹਸਪਤਾਲ ਨੇ ਉਹ ਤੇ ਹਰ ਕਿਸੇ ਦੀ ਪਹੁੰਚ ਨਹੀਂ, ਮਤਲਬ ਥੋੜੇ ਐਕਸਪੈਂਸਿਵ ਹੁੰਦੇ ਨੇ, ਤੇ ਸਾਨੂੰ ਇਹ ਦੱਸੋ ਕਿ ਸਰਕਾਰੀ ਸੱਦਾ ਤੇ ਸਾਡੀ ਸਰਕਾਰ ਤੇ ਬਹੁਤ ਸਾਰੇ ਇਕਦਾਮਾਤ ਲੈ ਰਹੀ ਹੈ ਤੇ ਮਜ਼ੀਦ ਕਿਹੜੇ ਇਕਦਾਮ ਨੇ ਜਿਹੜੇ ਲੈ ਕੇ ਤੇ ਸਸਤੇ ਤੇ ਮਿਆਰੀ ਇਲਾਜ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ? ਬਿਲਕੁਲ ਜੀ, ਮੈਂ ਤੇ ਬੜਾ ਅੱਲਾ ਦਾ ਸ਼ੁਕਰ ਕਰਨੀ ਆ ਕਿ ਮੇਰੇ ਹਸਪਤਾਲ ਵਿੱਚ ਜਦੋਂ ਮੈਂ ਸ਼ੁਰੂ ਕੀਤਾ ਇਹ ਕੰਮ ਤੇ ਮੈਨੂੰ ਬੜੀ ਸਪੋਰਟ ਮਿਲੀ, ਮੇਰੇ ਸੀਨੀਅਰਸ ਤੋਂ ਬੜੀ ਸਪੋਰਟ ਮਿਲੀ ਤੇ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਕਰਨਾ ਚਾਹਦੇ ਹੋ ਤੁਸੀਂ ਕਰੋ, ਅਸੀਂ ਤੁਹਾਡੇ ਨਾਲ। ਮੈਂ ਸ਼ੁਰੂ ਕੀਤਾ ਸੀ ਇੱਕ ਛੋਟੇ ਜਿਹੇ ਕਮਰੇ ਤੋਂ ਮਰੀਜ਼ ਦੇਖਣੇ, ਸ਼ੁਰੂ ਵਿੱਚ 20-30 ਫਿਰ 40, ਫਿਰ ਹੁਣ ਮੇਰੀ OPD 80-90 ਬਾਜ਼ੂਕਾਤ ਹੁੰਦੀ ਹੈ, ਬਾਜ਼ੂਕਾਤ ਮੈਂ 2 ਦਿਨ OPD ਕਰਨੀ ਆ। ਤੇ ਮਰੀਜ਼ਾਂ ਨੂੰ ਸ਼ੁਰੂ ਵਿੱਚ ਮੈਂ ਸਿਰਫ ਖੁਰਾਕ ਦੇ ਬਾਰੇ ਵਿੱਚ ਵਰਬਲੀ ਦੱਸਦੀ ਸਾਂ, ਹੁਣ ਅਸੀਂ ਉਹਨਾਂ ਨੂੰ ਐਜੂਕੇਸ਼ਨਲ ਮਟੀਰੀਅਲ ਵੀ ਪ੍ਰੋਵਾਈਡ ਕਰਨੇ ਆ, ਉਹਨਾਂ ਨੂੰ ਲਿਖ ਕੇ ਦੇਣੇ ਆ ਚੀਜ਼ਾਂ, ਉਹਨਾਂ ਨੂੰ ਹਫਤੇ ਬਾਅਦ ਵਾਪਸ ਬੁਲਾਣੇ ਆ ਕਿ ਜੀ ਹੁਣ ਵਾਪਸ ਆਓ ਤੇ ਸਾਨੂੰ ਦੱਸੋ ਸ਼ੂਗਰ ਦਾ ਕੰਟਰੋਲ ਕਰਨਾ, ਫਿਰ 3 ਮਹੀਨੇ 6 ਮਹੀਨੇ ਬਾਅਦ ਵਾਪਸ ਬੁਲਾਣੇ ਆ। ਉਹਦੇ ਨਾਲ ਜਿਹੜਾ ਮੈंने ਡਾਇਬੈਟਿਕ ਫੂਡ ਦਾ ਕੰਮ ਸ਼ੁਰੂ ਕੀਤਾ, ਅਲਹਮਦੁਲਿਲਾ ਇਹਦੇ ਵਿੱਚ ਵੀ ਮੈਨੂੰ ਬੜੀ ਸਪੋਰਟ ਮਿਲੀ ਤੇ ਮੈਂ ਉਹਦੇ ਨਾਲ ਜਿਹੜਾ ਕੰਮ ਸ਼ੁਰੂ ਕੀਤਾ ਤੇ ਹਸਪਤਾਲ ਦੇ ਜਿੰਨੇ ਫੰਡਸ ਸਨ ਜਾਂ ਜਿਹੜੇ ਵੀ ਰਿਸੋਰਸਿਸ ਸਨ ਉਹਨਾਂ ਨੂੰ ਮੈਂ ਇਸਤੇਮਾਲ ਕੀਤਾ ਤੇ ਮੈਨੂੰ ਬੜੀ ਹੌਸਲਾ ਅਫਜ਼ਾ ਇੱਕ ਚੀਜ਼ ਮਿਲੀ। ਤੇ ਅੱਗੇ ਵੀ ਜਦੋਂ ਹੁਣ ਮੈਂ ਵਧਣ ਵਾਸਤੇ ਅੱਗੇ ਸੈਂਟਰ ਨੂੰ ਬਣਾਉਣ ਵਾਸਤੇ ਮੈਂ ਹੁਣ ਜਿੰਨੀ ਵੀ ਆਪਣੇ ਪ੍ਰਪੋਜ਼ਲ ਪੁੱਟ ਕੀਤੇ ਨੇ ਤੇ ਉਹਨਾਂ ਨੂੰ ਬੜਾ ਇੱਕ ਪੋਜ਼ਿਟਿਵ ਫੀਡਬੈਕ ਦਿਆ ਜਾ ਰਿਹਾ ਤੇ ਇਹ ਵੇ ਕਿ ਜੀ ਅਗਰ ਤੁਸੀਂ ਕੁਝ ਕਰਨਾ ਹੈ ਨਾ ਤੇ ਤੁਹਾਡੇ ਕੋਲ ਵਿਲ ਹੋਣੀ ਚਾਹੀਦੀ ਹੈ, ਵਿਜ਼ਨ ਵੀ ਹੋਣਾ ਚਾਹੀਦਾ, ਵਿਜ਼ਨ ਵੀ ਹੋਣੀ ਚਾਹੀਦੀ ਹੈ ਤੇ ਹਮੇਸ਼ਾ ਜੀ ਅਸੀਂ ਛੋਟੇ ਲੈਵਲ ਤੋਂ ਸ਼ੁਰੂ ਕਰਨੇ ਆ ਤੇ ਫਿਰ ਅਸੀਂ ਕਾਮਯਾਬੀ ਤੇ ਵੱਡੇ ਲੈਵਲ ਤੇ ਜਾਣੇ ਆ। ਤੇ ਅਗਰ ਮੈਂ ਕਹਿੰਦੀ ਕਿ ਜੀ ਮੈਨੂੰ ਸਾਰੀ ਚੀਜ਼ਾਂ ਪਹਿਲਾਂ ਤੋਂ ਦਿਓ ਫਿਰ ਮੈਂ ਕੰਮ ਕਰਾਂਗੀ ਤੇ ਇਹ ਚੀਜ਼ ਇੰਜ ਨਹੀਂ ਹੁੰਦਾ, ਤੁਹਾਨੂੰ ਛੋਟੇ ਲੈਵਲ ਤੋਂ ਸ਼ੁਰੂ ਕਰਨਾ ਪੈਂਦਾ। ਅੱਛਾ ਡਾਕਟਰ ਸਾਹਿਬ, ਤੁਸੀਂ ਡਾਕਟਰੀ ਨੂੰ ਤੇ ਆਪਣਾ ਪ੍ਰੋਫੈਸ਼ਨ ਬਣਾਇਆ, ਸਾਨੂੰ ਇਹ ਵੀ ਦੱਸੋ ਕਿ ਇਸ ਤੋਂ ਇਲਾਵਾ ਤੁਹਾਡੀ ਜ਼ਾਤੀ ਜ਼ਿੰਦਗੀ ਵਿੱਚ ਕੀ ਮਸ਼ਾਗਲ ਨੇ? ਮੇਰਾ ਜੀ ਸਭ ਤੋਂ ਜ਼ਿਆਦਾ ਇੱਕ ਮੈਂ ਕਿਤਾਬਾਂ ਬਹੁਤ ਸ਼ੌਕ ਨਾਲ ਪੜ੍ਹਨੀ ਆ, ਤੁਸੀਂ ਮੇਰੇ ਸਰਟੀਫਿਕੇਟ ਦੇਖ ਰਹੇ, ਮੈਨੂੰ ਨਵੀਆਂ ਚੀਜ਼ਾਂ ਸਿੱਖਣ ਦਾ ਬੜਾ ਸ਼ੌਕ ਹੈ ਤੇ ਇਹਦੇ ਹਵਾਲੇ ਤੋਂ ਮੈਂ ਹਰ ਸਾਲ ਕੁਛ ਨਾ ਕੁਛ ਨਵੀਆਂ ਐਜੂਕੇਸ਼ਨ ਜਿਹੜੀ ਹੈ ਉਹਦੇ ਹਵਾਲੇ ਤੋਂ ਮੈਂ ਜ਼ਰੂਰ ਵੇਖਦੀ ਹਾਂ ਕਿ ਕੋਈ ਐਸੀ ਚੀਜ਼ ਹੋਏ ਜਿਹੜੀ ਨਵੀਂ ਸਿੱਖਾਂ ਤੇ ਇਹ ਚੀਜ਼ ਜਿਹੜੀ ਹੈ। ਬਾਕੀ ਇਹ ਵੇ ਕਿ ਜੀ ਸ਼ੌਕ ਹਰ ਕਿਸੇ ਦਾ, ਮੈਨੂੰ ਵੀ ਬੜਾ ਸ਼ੌਕ ਹੈ ਕਿ ਥੋੜਾ ਬਹੁਤ ਕੋਈ ਨਵੀਆਂ ਚੀਜ਼ਾਂ ਖਾਣ ਦਾ, ਕੋਈ ਨਵੇਂ ਕੱਪੜੇ ਪਾਉਣ ਦਾ, ਇਸ ਤਰ੍ਹਾਂ ਦੀ ਸ਼ੌਕ ਤੇ ਜੀ ਖਵਾਤੀਨ ਦੇ ਵੈਸੇ ਵੀ ਹੁੰਦੇ ਨੇ। ਜੀ ਜ਼ਬਰਦਸਤ। ਅੱਛਾ, ਜਿਹੜੇ ਲੋਕੀ ਸਾਨੂੰ ਸੁਣ ਰਹੇ ਨੇ, ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸਦਾ ਚੱਲਾਂ ਕਿ ਸਾਡੇ ਨਾਲ ਮੌਜੂਦ ਨੇ ਡਾਕਟਰ ਮਦੀਹਾ ਨਜ਼ਰ ਸਾਹਿਬਾ, ਡਾਇਬਟੋਲੋਜਿਸਟ ਤੇ ਮੈਡੀਕਲ ਸਪੈਸ਼ਲਿਸਟ ਨੇ। ਤੁਸੀਂ ਇਹਨਾਂ ਦੇ ਕਲੀਨਿਕ ਦਾ ਨੰਬਰ ਲੈਣਾ ਚਾਹੁੰਦੇ ਹੋ ਜਾਂ ਇਹਨਾਂ ਨਾਲ ਰਾਬਤਾ ਕਰਨਾ ਚਾਹੁੰਦੇ ਹੋ, ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਸਾਡੇ WhatsApp ਨੰਬਰ ਤੇ 051 92 91 521। ਡਾਕਟਰ ਸਾਹਿਬ, ਚੂੰਕਿ ਸ਼ੋਅ ਦਾ ਵਕਤ ਹੁਣ ਤਕਰੀਬਨ ਮੁੱਕਣ ਵਾਲਾ ਹੈ ਤੇ ਤੁਹਾਡੀ ਬੜੀ ਮਿਹਰਬਾਨੀ ਹੈ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਆਖਰ ਤੇ ਸਾਨੂੰ ਇਹ ਦੱਸੋ ਕਿ ਤੁਹਾਡੇ ਵਰਗੇ ਬੇਸ਼ੁਮਾਰ ਡਾਕਟਰ ਹਜ਼ਰਾਤ ਜਿਹੜੇ ਨੇ ਸਾਡੇ ਲਈ ਉਹ ਮਰੀਜ਼ਾਂ ਲਈ ਦਿਨ ਰਾਤ ਇੱਕ ਕਰਕੇ ਉਹਨਾਂ ਦੀ ਖਿਦਮਤ ਕਰ ਰਹੇ ਨੇ ਤੇ ਤੁਸੀਂ ਲੋਕ ਸਾਡੇ ਹੀਰੋਜ਼ ਹੋ, ਤੇ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਆਪਣੇ ਸੁਣਨ ਵਾਲਿਆਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਮੈਂ ਜੀ ਖਾਸ ਤੌਰ ਤੇ ਜ਼ਾਬਿਤਸ ਦੇ ਵਾਲੇ ਤੋਂ ਹੀ ਕਵਾਂਗੀ ਕਿ ਅਗਰ ਜ਼ਾਬਿਤਸ ਦਾ ਮਰੀਜ਼ ਤੁਹਾਨੂੰ ਮਰਜ਼ ਹੋ ਰਿਹਾ ਹੈ ਤੇ ਫੌਰੀ ਤੌਰ ਤੇ ਮਾਲਿਕ ਨਾਲ ਰਾਬਤਾ ਕਰੋ ਤਾਂ ਕਿ ਤੁਹਾਡੀ ਦਵਾਈ ਸ਼ੁਰੂ ਹੋ ਸਕੇ ਜਾਂ ਤੁਹਾਨੂੰ ਉਹ ਆਪਸ਼ਨ ਦੀ ਜਾ ਸਕੇ ਕਿ ਕਿਸੇ ਤਰ੍ਹਾਂ ਜ਼ਾਬਿਤਸ ਦੇ ਮਰਜ਼ ਤੋਂ ਜਾਨ ਛੁਡਾਈ ਜਾ ਸਕੇ, ਖਾਸ ਤੌਰ ਤੇ ਅਰਲੀ ਸਟੇਜ ਤੇ।
ਦੂਜੀ ਚੀਜ਼ ਜੀ ਜ਼ਿਆਬੀਤਸ ਦੇ ਮਰੀਜ਼ਾਂ ਦੇ ਜਿਹੜੇ ਜ਼ਖਮ ਬਣਦੇ ਨੇ ਜੀ ਉਹਦਾ ਇਲਾਜ ਫੌਰੀ ਤੌਰ ਤੇ ਹੋਣਾ ਚਾਹੀਦਾ ਹੈ। ਜਿੰਨੀ ਜਲਦੀ ਹੋ ਸਕੇ ਤੁਸੀਂ ਡਾਕਟਰ ਦੇ ਮਾਲਿਕ ਦੇ ਕੋਲ ਪਹੁੰਚੋਗੇ ਤੇ ਸਰਜਨ ਕੋਲੋਂ ਤੁਸੀਂ ਬਚ ਜਾਓਗੇ। ਜਿੰਨਾ ਜ਼ਖਮ ਖਰਾਬ ਹੋਏਗਾ ਤੇ ਫਿਰ ਸਰਜਰੀ ਦੀ ਜ਼ਰੂਰਤ ਪਏਗੀ। ਅਸੀਂ ਜਿਹੜੇ ਮੈਂ ਜੋ ਖਾਸ ਤੌਰ ਤੇ ਜ਼ਿਆਬੀਤਸ ਦੇ ਮਰੀਜ਼ਾਂ ਦੀ ਜ਼ਖਮ ਜਿਹੜੀ ਟ੍ਰੀਟਮੈਂਟ ਜਿਨ੍ਹਾਂ ਦੇ ਬਣ ਗਏ ਨੇ ਉਹਦੇ ਵਿੱਚ ਜਿਹੜੀ ਅਸੀਂ ਨਵੀਂ ਟ੍ਰੀਟਮੈਂਟ ਦੇ ਰਹੇ ਹਾਂ PRP ਥੈਰੇਪੀ, ਉਹਦਾ ਬਹੁਤ ਅੱਛਾ ਰਿਜ਼ਲਟ ਹੈ ਤੇ ਮਰੀਜ਼ ਦੇ ਜ਼ਖਮ ਅਲਹਮਦੁਲਿਲਾ ਜਿਨ੍ਹਾਂ ਦੇ ਪੁਰਾਣੇ ਨੇ ਤੇ ਜਿਨ੍ਹਾਂ ਦੇ ਨਵੇਂ ਨੇ ਉਹ ਬੜੀ ਤੇਜ਼ੀ ਨਾਲ ਠੀਕ ਹੁੰਦੇ ਨੇ। ਲੇਕਿਨ ਇਹ ਵੇ ਕਿ ਸਾਡੇ ਕੋਲ ਵਕਤ ਥੋੜਾ ਹੁੰਦਾ ਹੈ, ਤੁਸੀਂ ਵਕਤ ਨਾਲ ਸਾਡੇ ਕੋਲ ਆਓ ਤਾਂ ਕਿ ਅਸੀਂ ਉਹਦਾ ਇਲਾਜ ਕਰ ਸਕੀਏ। ਤੇ ਬਾਕੀ ਇਹ ਵੇ ਕਿ ਜੀ ਆਪਣੀ ਖੁਰਾਕ ਵਿੱਚ ਨਸ਼ਾਸਤਾ ਘੱਟ ਰੱਖੋ ਤੇ ਰੋਜ਼ਾਨਾ ਤੁਸੀਂ 15 ਤੋਂ 20 ਮਿੰਟ ਵਾਕ ਕਰੋ। ਇਹ ਬੜੀ ਜ਼ਰੂਰੀ ਹੈ। ਵਾਕ ਦਾ ਮਤਲਬ ਹੁੰਦਾ ਹੈ ਇੰਨਾ ਤੇਜ਼ ਚਲੋ ਕਿ ਸਾਹ ਚੜੇ ਤੇ ਦਿਲ ਦੀ ਧੜਕਨ ਤੇਜ਼ ਹੋ ਤੇ ਘਰ ਦੇ ਕੰਮਾਂ ਨਾਲ ਜਿਹੜੀ ਹੈ ਨਾ ਉਹ ਤੁਹਾਡਾ ਨਾ ਤਾਂ ਵਜ਼ਨ ਘਟੇਗਾ। ਅੱਛਾ ਡਾਕਟਰ ਸਾਹਿਬ, ਬਹੁਤ ਸਾਰੇ ਲੋਕੀ ਸਾਨੂੰ ਮੈਸੇਜ ਕਰ ਰਹੇ ਨੇ ਤੇ ਉਹ ਇੱਕ ਵਾਰੀ ਫਿਰ ਪੁੱਛ ਰਹੇ ਨੇ ਕਿ ਤੁਹਾਡਾ ਤੁਸੀਂ ਹੋਲੀ ਫੈਮਿਲੀ ਹਸਪਤਾਲ ਵਿੱਚ ਵੀ ਮਰੀਜ਼ਾਂ ਨੂੰ ਵੇਖਦੇ ਹੋ, ਇਸ ਤੋਂ ਇਲਾਵਾ ਤੁਸੀਂ ਆਪਣੇ ਕਲੀਨਿਕ ਦਾ ਜ਼ਰਾ ਪਤਾ ਦੱਸ ਦਿਓ। ਜੀ ਹਨੀਫ ਮੈਡੀਕਲ ਕੰਪਲੈਕਸ ਸੈਦਪੁਰ ਰੋਡ MA ਮੋਟਰਸ ਦੇ ਨਾਲ ਹੈ। ਮੈਂ ਸ਼ਾਮ ਨੂੰ 7:30 ਤੋਂ 9:30 10 ਵਜੇ ਤੱਕ ਕਿਹੜੇ ਦਿਨ ਇੱਥੇ ਬੈਠਦੇ ਹੋ? ਪੀਰ, ਮੰਗਲ, ਬੁੱਧ, ਜੁਮੇਰਾਤ 4 ਦਿਨ। ਠੀਕ। ਲਓ ਜੀ, ਸਾਡੇ ਸ਼ੋਅ ਦਾ ਅੱਜ ਵਕਤ ਖਤਮ ਹੋ ਗਿਆ ਹੈ। ਉਮੀਦ ਕਰਨੇ ਆ ਕਿ ਤੁਸੀਂ ਡਾਕਟਰ ਸਾਹਿਬਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਉਹਨਾਂ ਤੋਂ ਜਿਹੜਾ ਨਾ ਫਾਇਦਾ ਚੁੱਕੋਗੇ, ਬਲਕਿ ਤੁਸੀਂ ਨੋਟ ਕਰ ਲਿਆ ਹੋਣਗੀਆਂ ਕਿ ਤੁਸੀਂ ਨੈਚੁਰਲ ਜ਼ਿੰਦਗੀ ਗੁਜ਼ਾਰਨੀ ਹੈ ਔਰ ਵਾਕ ਕਰਨੀ ਹੈ ਔਰ ਡਾਕਟਰ ਸਾਹਿਬਾਂ ਦੀ ਦੱਸੀਆਂ ਹੋਈਆਂ ਗੱਲਾਂ ਤੇ ਅਮਲ ਕਰਨਾ ਹੈ। ਸਾਡੇ ਲਈ ਬੜੀ ਖੁਸ਼ਕਿਸਮਤੀ ਦਾ ਮੌਕਾ ਸੀ ਕਿ ਸਾਡੇ ਨਾਲ ਮੌਜੂਦ ਸਨ ਡਾਕਟਰ ਮਦੀਹਾ ਨਜ਼ਰ ਸਾਹਿਬਾ, ਡਾਇਬਟੋਲੋਜਿਸਟ ਨੇ ਤੇ ਮੈਡੀਕਲ ਸਪੈਸ਼ਲਿਸਟ ਨੇ। ਉਮੀਦ ਕਰਨੇ ਆ ਕਿ ਆਇੰਦਾ ਵੀ ਅਸੀਂ ਇਹਨਾਂ ਕੋਲ ਮਾਲੂਮਾਤ ਲੈਂਦੇ ਰਹਾਂਗੇ। ਅੱਜ ਦੇ ਸ਼ੋਅ ਦਾ ਵੇਲਾ ਹੁਣ ਮੁੱਕ ਚੁੱਕਿਆ ਹੈ। ਮੈਂ ਤੁਹਾਡੇ ਕੋਲ ਇਜਾਜ਼ਤ ਚਾਹਨਾ। ਰੱਬ ਰੱਖਾ।